ਕੀ ਤੁਸੀਂ ਕਦੇ ਵੀ ਬਿਨਾਂ ਦਿਸ਼ਾ ਨਿਰਦੇਸ਼ਾਂ ਦੇ ਰਹੇ ਹੋ ਅਤੇ ਬਹੁਤ ਜ਼ਿਆਦਾ ਗੁਆਚ ਗਏ ਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਸਾਨੂੰ ਇਸ ਜੀਵਨ ਦੇ ਵਿੱਚ ਇੱਕ ਨਕਸ਼ਾ ਦਿੱਤਾ ਹੈ ਅਤੇ ਜੇ ਪਰਮੇਸ਼ਵਰ ਕੋਲ ਮੇਰੇ ਲਈ ਕੋਈ ਯੋਜਨਾ ਹੈ ਤਾਂ ਮੈਂ ਕਿਵੇਂ ਜਾਣ ਸਕਦੀ ਹਾਂ ਉਸ ਯੋਜਨਾ ਦੇ ਬਾਰੇ ਜੋ ਕਿ ਖਾਸ ਤੌਰ ਤੇ ਮੇਰੇ ਲਈ ਹੈ। ਮੇਰਾ ਨਾਮ ਕੈਮੀ ਹੈ ਅਤੇ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਤੇ ਤੁਹਾਡਾ ਸਵਾਗਤ ਹੈ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਤੇ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਕੁਪ੍ਰਬੰਧਨ ਤੇ ਭ੍ਰਸ਼ਟਾਚਾਰ, ਕੁਦਰਤੀ ਆਫਤਾਵਾਂ ਤੇ ਤੇਜ਼ੀ ਨਾਲ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦਾ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਜੁੜੀ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਦੇ ਚਮਤਕਾਰ ਨੂੰ ਖੋਜਿਆ। ਜੁੜੇ ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੇ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਅੱਜ ਰਾਤ ਇਹ ਵਿਸ਼ਵਾਸ ਕਰਨਾ ਕਿੰਨਾ ਮੁਸ਼ਕਿਲ ਹੈ ਕਿ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਤੇ ਸਾਡੀ ਆਖਰੀ ਰਾਤ ਹੈ। ਇਹਨਾਂ ਪਿਛਲੇ 14 ਦਿਨਾਂ ਦੇ ਵਿੱਚ ਇਹ ਇੱਕ ਰੋਮਾਂਚਕਾਰੀ ਖੋਜ ਰਹੀ ਹੈ, ਜਿੱਥੇ ਅਸੀਂ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ, ਜੋ ਕਿ ਜੀਵਨ ਦੇ ਕੁਝ ਮੁਸ਼ਕਿਲ ਸਵਾਲ ਸੀ, ਉਹਨਾਂ ਦੇ ਜਵਾਬ ਅਸੀਂ ਬਾਈਬਲ ਦੇ ਵਿੱਚੋਂ ਦਿੱਤੇ। ਹੁਣ ਤੁਸੀਂ ਸਾਨੂੰ ਚੈਟ ਦੇ ਵਿੱਚ ਦੱਸ ਸਕਦੇ ਹੋ ਕਿ ਜੇ ਤੁਸੀਂ ਕੋਈ ਨਵਾਂ ਸੱਚ ਇੱਥੋਂ ਸਿੱਖਿਆ, ਇਕੱਠੇ ਸਾਡੇ ਸਮੇਂ ਬਿਤਾਉਂਦੇ ਹੋਏ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਦੇ, ਜੇ ਤੁਸੀਂ ਕਿਸੇ ਪ੍ਰੋਗਰਾਮ ਤੋਂ ਖੁੰਝ ਗਏ ਹੋ ਜਾਂ ਤੁਸੀਂ ਅੱਜ ਪਹਿਲੀ ਵਾਰ ਇਸ ਰਾਤ ਦੇਖ ਰਹੇ ਹੋ ਇਸ ਪ੍ਰੋਗਰਾਮ ਨੂੰ, ਤਾਂ ਤੁਸੀਂ awr.org/ ਤੇ ਜਾ ਕੇ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ, ਬਾਕੀ ਉਹ ਸਾਰੇ ਪ੍ਰੋਗਰਾਮਾਂ ਨੂੰ, ਅਤੇ ਵਾਰ-ਵਾਰ ਤੁਸੀਂ ਇਹਨਾਂ ਨੂੰ ਸਾਂਝਾ ਵੀ ਕਰ ਸਕਦੇ ਹੋ। ਔਰ ਇਹ ਵਿਸ਼ੇ ਇੱਕ ਦੂਜੇ ਤੇ ਬਣਦੇ ਹਨ, ਤਾਂ ਕਿਰਪਾ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇਹਨਾਂ ਨੂੰ ਇੱਕ ਲੜੀ ਦੇ ਵਿੱਚ ਵੇਖੋ। ਤੇ ਯਾਦ ਰੱਖੋ, ਸਾਡੇ ਕੋਲ ਇੱਕ ਟੀਮ ਹੈ ਸਮਰਪਿਤ ਆਨਲਾਈਨ ਬਾਈਬਲ ਸਿੱਖਿਅਕਾਂ ਦੀ, ਜੋ ਕਿ ਉਤਸੁਕ ਹਮੇਸ਼ਾ ਰਹਿੰਦੇ ਹਨ ਤੁਹਾਡੇ ਕਿਸੇ ਵੀ ਸਵਾਲ ਦੇ ਜਵਾਬ ਦੇਣ ਦੇ ਵਿੱਚ ਤੁਹਾਡੀ ਮਦਦ ਕਰਨ ਦੇ ਲਈ। ਸਾਡੇ ਨਾਲ ਕੰਟੈਕਟ ਕਰਨ ਲਈ ਬਸ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਨਾਲ ਹੀ ਤੁਸੀਂ ਸਾਡੇ ਆਨਲਾਈਨ ਬਾਈਬਲ ਸਕੂਲ ਦੇ ਵਿੱਚ ਵੀ ਦਾਖਲਾ ਲੈ ਸਕਦੇ ਹੋ, ਜਿੱਥੇ ਤੁਸੀਂ ਆਪਣੇ ਇਸ ਅਧਿਐਨ ਨੂੰ ਜਾਰੀ ਰੱਖ ਸਕਦੇ ਹੋ ਤੇ ਮੁਫਤ ਵਿੱਚ ਦਾਖਲਾ ਲੈਣ ਦੇ ਲਈ ਤੁਸੀਂ ਕਲਿੱਕ ਕਰੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸ ਦਾ ਅਧਿਐਨ ਕਰਨਾ ਜਾਰੀ ਰੱਖੋਗੇ ਤੇ ਬਾਈਬਲ ਦੇ ਹੋਰ ਨੇੜੇ ਤੋਂ ਨੇੜੇ ਆਓਗੇ। ਅਤੇ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੰਦੇ ਦੀ ਚਮਤਕਾਰੀ ਗਵਾਹੀ ਦੀ ਵੀਡੀਓ ਦਿਖਾਉਣਾ ਚਾਹੁੰਦੀ ਹਾਂ, ਜੋ ਕਿ ਨਾਜ਼ਰਤ ਦੇ ਵਿੱਚ ਸੀ। ਉਹ ਕਿਵੇਂ ਪਰਮੇਸ਼ਵਰ ਦੇ ਹੱਕ ਦੇ ਵਿੱਚ ਖੜਿਆ ਅਤੇ ਪਰਮੇਸ਼ਵਰ ਨੇ ਵੀ ਉਸਦਾ ਸਾਥ ਕਿਵੇਂ ਨਹੀਂ ਛੱਡਿਆ। ਇੱਕ ਮੁਸਲਿਮ ਹੁਸਮਨ ਸੀ ਜਿਸਨੂੰ ਨਫ਼ਰਤ ਕਰਨਾ ਸਿਖਾਇਆ ਗਿਆ ਸੀ ਈਸਾਈ ਧਰਮ ਦੇ ਨਾਲ। ਉਸਦੀ ਭੈਣ ਨੇ ਈਸਾਈ ਧਰਮ ਨੂੰ ਕਬੂਲ ਕਰਨ ਦਾ ਫੈਸਲਾ ਕੀਤਾ ਤੇ ਉਸਨੂੰ ਭੇਜ ਦਿੱਤਾ ਗਿਆ ਉਸਦੇ ਪਰਿਵਾਰ ਨੇ, ਤਾਂ ਜੋ ਉਹ ਆਪਣੀ ਭੈਣ ਨੂੰ ਮਾਰ ਸਕੇ। ਪਰਮੇਸ਼ਵਰ ਦੇ ਚਮਤਕਾਰੀ ਸੁਪਨੇ ਦੇ ਦੁਆਰਾ ਜੋ ਕਿ ਉਸਨੇ ਦੇਖਿਆ, ਉਸਨੇ ਫੈਸਲਾ ਕੀਤਾ ਕਿ ਉਹ ਪਹਿਲਾਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰੇਗਾ। ਤੇ ਜਿਵੇਂ ਹੀ ਉਸਨੇ ਬਾਈਬਲ ਦਾ ਅਧਿਐਨ ਕੀਤਾ, ਉਹ ਇੱਕ ਨਵੀਂ ਸੋਚ ਲੈ ਕੇ ਨਾਜ਼ਰਤ ਦੇ ਵਿੱਚ ਵਾਪਸ ਗਿਆ। ਉਸਦੇ ਪਰਿਵਾਰ ਅਤੇ ਉਸਦੇ ਅੰਕਲ ਨੇ ਵਿਸ਼ਵਾਸ ਨਹੀਂ ਕਰ ਪਾਏ ਕਿ ਇਹ ਉਹੀ ਹੁਸਨ ਹੈ, ਤੇ ਉਹਨਾਂ ਨੂੰ ਉਸ 'ਤੇ ਬਹੁਤ ਗੁੱਸਾ ਆਇਆ ਤੇ ਉਸਨੂੰ ਪੱਥਰ ਮਾਰਿਆ ਤਾਂ ਜੋ ਸਭ ਕੁਝ ਵਾਪਰਿਆ ਹੈ ਤਾਂ ਉਹ ਭੁੱਲ ਜਾਵੇ। ਅੰਤ ਵਿੱਚ ਉਸਦਾ ਭਰਾ ਅੰਦਰ ਚਲਾ ਜਾਂਦਾ ਹੈ। ਫਿਰ ਉਸਦੇ ਪਿਤਾ ਨੇ ਹੁਸਨ ਨੂੰ ਭੱਜਣ ਦੀ ਸਲਾਹ ਦਿੱਤੀ ਆਪਣੇ ਪਿਤਾ ਦੇ ਦੇਸ਼ ਤੋਂ। ਤੇ ਜਦੋਂ ਉਸਦੇ ਪਿਤਾ ਅਤੇ ਅੰਕਲ ਦੀ ਮੌਤ ਹੋ ਜਾਂਦੀ ਹੈ ਤੇ ਉਸਦੀ ਮਾਂ ਉਸਨੂੰ ਵਾਪਸ ਬੁਲਾਉਂਦੀ ਹੈ ਕਿ ਹੁਣ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਉਹ ਵਾਪਸ ਆਉਂਦਾ ਹੈ ਤੇ ਉਸਨੇ ਦੇਖਿਆ ਕਿ ਹੁਣ ਉਸਦੇ ਕੋਲ ਇੱਕ ਮੌਕਾ ਹੈ ਪਰਮੇਸ਼ਵਰ ਦਾ ਵਚਨ ਸਾਂਝਾ ਕਰਨ ਦੇ ਲਈ। ਨਾਜ਼ਰਤ ਵਿੱਚ ਯਿਸੂ ਦਾ ਪ੍ਰਚਾਰ ਕਰਨ ਦੇ ਲਈ ਉਸਨੇ ਇੱਕ ਸੈਂਟਰ ਖੋਲ੍ਹਿਆ, ਜਿੱਥੇ ਉਹ ਲੋਕਾਂ ਨੂੰ ਅੰਗਰੇਜ਼ੀ ਸਿਖਾਉਣ ਦੇ ਨਾਲ ਨਾਲ ਬਾਈਬਲ ਦੇ ਵਿੱਚੋਂ ਸਿਖਾਉਂਦਾ ਸੀ, ਤਾਂ ਜੋ ਉਹ ਲੋਕ ਰੱਬ ਦੇ ਵਚਨ ਨੂੰ ਸਿੱਖ ਸਕਣ। ਤੇ ਉਸਦੇ ਨਾਲ ਹੀ ਉਸਨੇ AWR ਦੇ ਰੇਡੀਓ ਵੀ ਲੋਕਾਂ ਨੂੰ ਵੰਡਣੇ ਸ਼ੁਰੂ ਕਰ ਦਿੱਤੇ, ਤਾਂ ਜੋ ਉਹ ਸਾਰੀ ਕਮਿਊਨਿਟੀ ਜਿਹੜੀ ਹੈ ਉਹ ਪਰਮੇਸ਼ਵਰ ਦੇ ਵਚਨ ਤੋਂ ਸਿੱਖ ਸਕੇ ਤੇ ਪਰਮੇਸ਼ਵਰ ਦੇ ਲੋਕਾਂ ਨਾਲ ਜੁੜ ਸਕੇ। ਪਰ ਘਟਨਾਵਾਂ ਕੁਝ ਬੁਰਾ ਹੀ ਮੋੜ ਲੈ ਲੈਂਦੀਆਂ ਹਨ ਜਦ ਉਸਦੇ ਮਰੇ ਹੋਏ ਅੰਕਲ ਦੇ ਮੁੰਡਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਹੁਸਨ ਵਾਪਸ ਆ ਚੁੱਕਾ ਹੈ ਅਤੇ ਪਰਮੇਸ਼ਵਰ ਦਾ ਵਚਨ ਫੈਲਾ ਰਿਹਾ ਹੈ। ਉਹ ਇੱਕ ਭੀੜ ਉਸਦੇ ਖਿਲਾਫ ਇਕੱਠੀ ਕਰਦੇ ਹਨ ਤੇ ਉਸਦੇ ਘਰ ਦੇ ਵਿੱਚ ਜਾ ਕੇ ਉਸਦੇ ਉੱਤੇ ਹਮਲਾ ਕਰਨ ਦੇ ਲਈ ਚਲੇ ਜਾਂਦੇ ਹਨ। ਉਸਦੀ ਪਤਨੀ ਆਡਰੇ ਜਦੋਂ ਇਸ ਸ਼ੋਰ ਸ਼ਰਾਬੇ ਨੂੰ ਸੁਣਦੀ ਹੈ ਜੋ ਕਿ ਨੀਚੇ ਹੋ ਰਿਹਾ ਸੀ, ਉਹ ਭੱਜਦੀ ਹੈ ਦੇਖਣ ਦੇ ਲਈ ਤੇ ਕੀ ਹੋਇਆ। ਉਹ ਜਾਣਦੀ ਸੀ ਕਿ ਉਸਦਾ ਪਤੀ ਇਸ ਵਕਤ ਇੱਕ ਬਹੁਤ ਗੰਭੀਰ ਮੁਸ਼ਕਿਲ ਦੇ ਵਿੱਚ ਹੈ ਤੇ ਉਹ ਉੱਥੇ ਘੁਟਨਿਆਂ ਪਰ ਬਹਿ ਜਾਂਦੀ ਹੈ ਤੇ ਉਹ ਪ੍ਰਾਰਥਨਾ ਕਰਨ ਲੱਗਦੀ ਹੈ। ਜਿਵੇਂ ਹੀ ਉਹਦੇ ਮਰੇ ਹੋਏ ਅੰਕਲ ਦੇ ਬੇਟੇ ਉਸਦੇ ਉੱਤੇ ਹਮਲਾ ਕਰਨ ਦੇ ਲਈ ਚਾਕੂ ਕੱਢਦਾ ਹੈ ਤਾਂ ਉਸਦਾ ਚਾਕੂ ਮੁੜ ਜਾਂਦਾ ਹੈ ਅਤੇ ਹੁਸਨ ਦੇ ਭਰਾ ਦੁਆਰਾ ਉਸਨੂੰ ਚਾਕੂ ਚੱਕ ਕੇ ਦਿੰਦੇ ਹਨ ਕਿ ਤੂੰ ਪਰਮੇਸ਼ਵਰ ਦੇ ਬੰਦੇ ਨੂੰ ਮਾਰ ਕੇ ਦੇਖ, ਇਹਨੂੰ ਕੁਝ ਨਹੀਂ ਹੋਵੇਗਾ। ਪਰ ਉਹ ਜਿਹੜੇ ਉਸਦੇ
ਮਰੇ ਹੋਏ ਅੰਕਲ ਦੇ ਮੁੰਡੇ ਹੁੰਦੇ ਹਨ, ਉਹ ਕਹਿੰਦੇ ਹਨ ਕਿ ਅਸੀਂ ਤੈਨੂੰ ਛੱਡਾਂਗੇ ਨਹੀਂ। ਫਿਰ ਕੁਝ ਦਿਨਾਂ ਬਾਅਦ ਹੁਸਨ ਦੇ ਘਰ ਉਸਨੂੰ ਫੋਨ ਆਉਂਦਾ ਹੈ ਕਿ ਉਸਦੇ ਦੋਵੇਂ ਚਚੇਰੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਤੇ ਜਾ ਰਹੇ ਸੀ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਮੋਟਰਸਾਈਕਲ ਦੇ ਉੱਤੇ। ਬਸ ਮੈਨੂੰ ਇਹ ਜਦੋਂ ਮੈਂ ਸੁਣਦੀ ਹਾਂ ਮੈਨੂੰ ਇਹ ਯਾਦ ਦਿਵਾਉਂਦਾ ਹੈ ਕਿ ਜਿਹਨਾਂ ਲੋਕਾਂ ਦੇ ਕੋਲ ਪਰਮੇਸ਼ਰ ਹੈ ਉਹਨਾਂ ਦੇ ਵਿਰੁੱਧ ਹੋਰ ਕੌਣ ਖੜਾ ਹੋ ਸਕਦਾ ਹੈ। ਚਮਤਕਾਰੀ ਘਟਨਾ ਨੇ ਮੁਸਲਿਮ ਸਮਾਜ ਨੂੰ ਭੜਕਾ ਦਿੱਤਾ ਤੇ ਹੁਣ ਉਹ ਜਾਣਦਾ ਸੀ ਕਿ AWR ਸੈਲਫੋਨ ਇਵੈਂਜਲਿਜ਼ਮ ਦੀ ਉਸਨੂੰ ਲੋੜ ਹੈ ਤੇ ਉਸਨੇ ਇੱਕ ਬੰਦਾ ਲੱਭਿਆ ਜਿਸ ਦਾ ਨਾਂ ਜੈਮਲ ਸੀ। ਉਹ ਮੰਨ ਗਿਆ ਕਿ ਉਹ ਬਾਈਬਲ ਦੇ ਆਧਾਰਿਤ ਪ੍ਰਚਾਰਾਂ ਨੂੰ ਉਹ ਅਰਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਨ ਦੇ ਲਈ ਉਸਦਾ ਕੰਮ ਕਰਨ ਲੱਗ ਪਿਆ। ਉਹਨਾਂ ਨੂੰ ਅਨੁਵਾਦ ਕਰਦੇ ਕਰਦੇ ਖੁਦ ਹੀ ਇੰਨਾ ਪ੍ਰਭਾਵਿਤ ਹੋ ਗਿਆ ਤਾਂ ਉਸਨੇ ਇਸ ਚੀਜ਼ਾਂ ਨੂੰ ਇੱਕ ਆਪਣੀ ਬੈਪਟਿਸਟ ਚਰਚ ਦੀ ਦੋਸਤ ਨਾਲ ਸਾਂਝਾ ਕੀਤਾ ਤੇ ਬੈਪਟਿਸਟ ਚਰਚ ਦੀ ਦੋਸਤ ਨੇ ਇੱਕ ਪਾਦਰੀ ਨਾਲ ਸਾਂਝਾ ਕੀਤਾ ਤੇ ਇਹ ਸਾਰੇ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਉਸ ਪਾਦਰੀ ਨੇ ਹੁਸੈਨ ਨੂੰ ਆਪਣੇ ਬੈਪਟਿਸਟ ਚਰਚ ਵਿਖੇ ਪ੍ਰਚਾਰ ਕਰਨ ਦੇ ਲਈ ਸੱਦਾ ਦਿੱਤਾ ਤੇ ਜਦੋਂ ਉਸਨੇ ਪ੍ਰਚਾਰ ਕੀਤਾ ਤਾਂ ਉਹ ਸਾਰਾ ਬੈਪਟਿਸਟ ਚਰਚ 7 ਡੇ ਐਡਵੈਂਟਿਸਟ ਚਰਚ ਦੇ ਬਪਤਿਸਮੇ ਦੇ ਲਈ ਮੰਨ ਗਿਆ। ਸੁੰਦਰ ਸਬਤ ਦੇ ਦਿਨ ਜਾਰਡਨ ਨਦੀ ਦੇ ਵਿਖੇ ਉਹਨਾਂ ਸਭ ਨੇ ਉਸ ਕਲੀਸਿਆ ਨੇ ਬਪਤਿਸਮਾ ਲਿਆ। ਇੱਕ ਇੱਕ ਕਰਕੇ ਇਹਨਾਂ ਕੀਮਤੀ ਆਤਮਾਵਾਂ ਨੇ ਉਸ ਦਿਨ ਪਰਮੇਸ਼ਰ ਦੇ ਨਾਮ ਦੇ ਵਿੱਚ ਬਪਤਿਸਮਾ ਲਿੱਤਾ। ਇਹ ਬਹੁਤ ਜ਼ਿਆਦਾ ਅਦਭੁਤ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੇ ਉਸ ਦਿਨ ਬਪਤਿਸਮਾ ਲਿਆ। ਅੱਜ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦੱਸਣਾ ਚਾਹੁੰਦੀ ਹਾਂ ਤੇ ਇਸ ਦੇ ਦੁਆਰਾ ਤੁਸੀਂ ਆਪਣੇ ਸੈੱਲ ਫੋਨ ਦੇ ਉੱਤੇ ਹੀ ਬਾਈਬਲ ਭਵਿੱਖਬਾਣੀਆਂ ਦੇ ਅਧਿਐਨ ਪ੍ਰਾਪਤ ਕਰ ਸਕਦੇ ਹੋ। ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਤੁਸੀਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਿੱਖਿਆਵਾਂ ਆਪਣੇ ਫੋਨ ਦੇ ਉੱਤੇ ਹੀ ਪ੍ਰਾਪਤ ਕਰੋਗੇ। ਬਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਤੁਸੀਂ ਜਾਣਦੇ ਹੋ ਕਿ ਯੀਸ਼ੂ ਮਸੀਹ ਨੇ ਇੱਕ ਸਾਡੇ ਲਈ ਨਵੀਨਤਾ ਉਪਲਬਧ ਕਰਵਾਈ ਹੈ ਬਪਤਿਸਮੇ ਦੇ ਦੁਆਰਾ। ਇਹ ਸੱਚਮੁੱਚ ਅਦਭੁਤ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਫੈਸਲਾ ਕੀਤਾ ਹੈ ਯੀਸ਼ੂ ਦੇ ਬਪਤਿਸਮੇ ਦੇ ਬਾਰੇ। ਅਸੀਂ ਜੋ ਪੜ੍ਹਿਆ ਹੈ ਉਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਇਸ ਧਰਤੀ ਲਈ ਪਰਮੇਸ਼ਰ ਦੀ ਅੰਤਿਮ ਯੋਜਨਾ ਕੀ ਹੈ ਅਤੇ ਤੁਹਾਡੇ ਵਾਸਤੇ ਉਸ ਦੀ ਅੰਤਿਮ ਯੋਜਨਾ ਕੀ ਹੈ ਅਤੇ ਮੈਂ ਦੇਖਾਂਗੀ ਕਿ ਪਰਮੇਸ਼ਰ ਦੀ ਯੋਜਨਾ ਸਹੀ ਹੈ। ਕਿਵੇਂ ਧਰਤੀ ਦੇ ਇਤਿਹਾਸ ਦੀ ਸ਼ੁਰੂਆਤ ਤੋਂ ਇੱਕ ਵਾਰ ਦੀ ਰੱਖਿਆ ਕਰਨ ਤੇ ਅੰਤ ਵਿੱਚ ਰੱਖਣ ਦੇ ਲਈ ਸਾਡੇ ਆਲੇ ਦੁਆਲੇ ਇੱਕ ਸੁੰਦਰ ਦੁਲਹਨ ਉਸਦੀ ਸੱਚੀ ਚਰਚ ਉਸਨੂੰ ਅੰਤਿਮ ਤੱਕ ਲੈ ਕੇ ਆਉਣ ਦੇ ਲਈ। ਆਓ ਦੋਸਤੋ ਪ੍ਰਾਰਥਨਾ ਕਰੀਏ ਮਹਾਨ ਵਿਵਾਦ ਦੇ ਇਸ ਨਵੇਂ ਵਿਸ਼ੇ ਦੇ ਲਈ। ਸਵਰਗ ਪਿਤਾ ਸਾਡੇ ਦਿਲਾਂ ਦੇ ਬਾਦਸ਼ਾਹ ਪ੍ਰਭੂ ਮੈਨੂੰ ਆਪਣੇ ਆਪ ਤੋਂ ਖਾਲੀ ਕਰੋ ਅਤੇ ਮੈਨੂੰ ਭਰ ਦਿਓ ਆਪਣੇ ਪਵਿੱਤਰ ਆਤਮਾ ਨਾਲ ਤਾਂ ਜੋ ਮੇਰੇ ਬੋਲ ਕੇਵਲ ਤੁਹਾਡੇ ਹੀ ਨਾਮ ਦਾ ਵਚਨ ਦੱਸਣ ਅਤੇ ਅਸੀਂ ਤੀਬਰ ਹੋਈਏ ਉਹ ਸਮਿਆਂ ਬਾਰੇ ਜਾਣਨ ਦੇ ਲਈ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਹਾਂ। ਸਾਡੇ ਦਿਲ ਅਤੇ ਸਾਡੇ ਮਨ ਨੂੰ ਤਿੱਖਾ ਕਰੋ ਤਾਂ ਜੋ ਅਸੀਂ ਤੁਹਾਡੀ ਸੱਚਾਈ ਲਈ ਤਿਆਰ ਹੋ ਸਕੀਏ। ਇਸ ਆਖਰੀ ਦਿਨ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੀ ਰੱਖਿਆ ਕਰਦੇ ਹੋ ਅਤੇ ਤੁਸੀਂ ਅੰਦਰ ਸਾਡੀ ਸ਼ਲਾਘਾ ਅਸੀਂ ਕਰਦੇ ਹਾਂ। ਯਿਸੂ ਦੀ ਮਹਿਮਾ ਹੋਵੇ ਯਿਸੂ ਦੇ ਨਾਮ ਦੇ ਵਿੱਚ ਆਮੀਨ। ਮੈਂ ਇਸ ਸੁਨੇਹੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਬਹੁਤ ਜ਼ਿਆਦਾ ਉਤਸੁਕ ਹਾਂ ਜਿਸ ਨੇ ਮੈਨੂੰ ਤੇ ਮੇਰੀ ਜ਼ਿੰਦਗੀ ਨੂੰ ਨਿੱਜੀ ਤੌਰ ਤੇ ਬਦਲਿਆ। ਸੰਸਾਰ ਦੀ ਖੋਜ ਤੋਂ ਲੈ ਕੇ ਸਵਰਗ ਦੀ ਖੋਜ ਕਰਨ ਦੇ ਵਿੱਚ ਮੈਨੂੰ ਪਹੁੰਚਾਇਆ। ਆਓ ਅਸੀਂ ਯਾਦ ਰੱਖੀਏ ਜੇ ਇਹ ਬਾਈਬਲ ਦੇ ਵਿੱਚ ਹੈ ਤਾਂ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ ਅਤੇ ਜੇ ਬਾਈਬਲ ਇਸ ਨਾਲ ਅਸਹਿਮਤ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਅਸੀਂ ਅੱਜ ਕਵਰ ਕਰਨ ਜਾ ਰਹੇ ਹਾਂ ਇੱਕ ਮਹਾਨ ਵਿਵਾਦ ਦੀ ਉੱਚ ਕਹਾਣੀ ਮਸੀਹ ਅਤੇ ਜੋ ਸ਼ੈਤਾਨ ਦੇ ਵਿਚਕਾਰ ਹੈ ਉਤਪਤੀ ਤੋਂ ਲੈ ਕੇ ਪ੍ਰਕਾਸ਼ਨ ਦੇ ਵਿੱਚ। ਕੀ ਤੁਸੀਂ ਤਿਆਰ ਹੋ? ਤੁਹਾਡੇ ਵਿੱਚ ਕਿੰਨਾ ਇਸ ਤੋਂ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਕਦੀ ਜੂਸ ਦਾ ਰਸ ਬਣਾਇਆ ਹੈ? ਤੁਸੀਂ 20 ਗਾਜਰਾਂ ਲੈ ਕੇ ਜਦੋਂ ਅਸੀਂ ਉਸ ਨੂੰ ਜੂਸ ਬਣਾਉਂਦੇ ਹਾਂ ਤਾਂ ਇੱਕ ਛੋਟੇ ਜਿਹੇ ਕੱਪ ਦੇ ਵਿੱਚ ਜੂਸ ਹੁੰਦਾ ਹੈ ਤਿਆਰ। ਇਸੇ ਤਰ੍ਹਾਂ ਅੱਜ ਅਸੀਂ ਬਾਈਬਲ ਦੇ ਵਿੱਚ ਵੀ ਇੱਕ ਸੁਪਰ ਜੂਸ ਬਣਾਉਣ ਜਾ ਰਹੇ ਹਾਂ। ਇਸ ਲਈ ਮੈਂ ਤੁਹਾਡੇ ਦਿਮਾਗ ਨੂੰ ਚਾਹੁੰਦੀ ਹਾਂ ਕਿ ਉਹ ਇੱਕ ਮੂਵੀ ਸਕਰੀਨ ਦੀ ਤਰ੍ਹਾਂ ਹੋਣ ਤਾਂ ਜੋ ਤੁਸੀਂ ਮੇਰੇ ਨਾਲ ਇਸ ਕਿਤਾਬ ਦੀ ਕਲਪਨਾ ਕਰ ਸਕੋ। ਹਿਜਕੇਲ ਅਧਿਆਇ 28 ਸਾਡੀ ਕਹਾਣੀ ਨਾਲ ਸ਼ੁਰੂ ਹੁੰਦਾ ਹੈ। ਲੂਸੀਫਰ ਨਾਂ ਦਾ ਇੱਕ ਫਰਿਸ਼ਤਾ ਜਿਸ ਦਾ ਵਰਣਨ ਕੀਤਾ ਗਿਆ ਉਸ ਵਿੱਚ ਹੁਣ ਸਮਝਣ ਲਈ ਇੱਕ ਕਵਰਿੰਗ ਚਰਬ ਵਜੋਂ ਉਸਨੂੰ ਕੀਤਾ ਗਿਆ ਹੈ। ਇਸ ਲਈ ਸਾਨੂੰ ਪੁਰਾਣੇ ਨਿਯਮ ਦੇ ਵਿੱਚ ਜਾਣਾ ਚਾਹੀਦਾ ਹੈ। ਕਵਰ ਕਰਨ ਵਾਲੇ ਚਰਬ ਦਾ ਮਤਲਬ ਕੀ ਸੀ? ਵਾਪਸ ਦੇਸ਼ ਨਿਕਾਲੇ ਲਈ ਪੁਰਾਣੇ ਸਬੂਤ ਤੇ ਵਾਪਸ ਜਾਈਏ। 25ਵੇਂ ਅਧਿਆਇ ਜਿੱਥੇ ਬਾਈਬਲ ਦਾ ਇੱਕ ਵਰਣਨ ਕਰਦੀ ਹੈ ਇਸ ਇਮਾਰਤ ਦਾ ਨਿਰਮਾਣ ਕਰਨਾ ਮਹੱਤਵਪੂਰਨ ਹੈ ਜਿਸ ਨੂੰ ਪਨਾਹਗਾਹ ਪਰਮੇਸ਼ਰ ਨੂੰ ਹਦਾਇਤ ਦਿੱਤੀ ਜਾਂਦੀ ਹੈ। ਇਸ ਇਮਾਰਤ ਨੂੰ ਬਣਾਉਣ ਲਈ ਮੂਸਾ ਕਿਸ ਕਾਰਨ ਸਾਡੇ ਲਈ ਇੱਕ ਕਾਰਨ ਕਰਕੇ ਪਨਾਹਗਾਹ ਬਣਿਆ। ਅੱਜ ਉਸ ਪਨਾਹਗਾਹ ਦੇ ਅੰਦਰ ਸਭ ਤੋਂ ਪਵਿੱਤਰ ਹੈ ਉਹ ਥਾਂ ਜਿੱਥੇ ਉਹ ਪਰਮੇਸ਼ਰ ਦਾ ਪ੍ਰਤੀਬਿੰਬ ਹੈ। ਉਸ ਸਿਆਸਨ ਵਿੱਚ ਸਵਰਗ ਵਿੱਚ ਗੱਦੀ ਦਾ ਕਮਰਾ ਕੁਝ ਅਜਿਹਾ ਸੀ ਜਿਸ ਨੂੰ ਬੇੜੀ ਆਫ ਦ ਆਰਕ ਕਿਹਾ ਜਾਂਦਾ ਸੀ। ਇਕਰਾਰਨਾਮਾ ਅਤੇ ਇਸ ਦੇ ਉੱਪਰ ਰਹਿਮ ਬੈਠਦਾ ਹੈ। ਮਰਸੀ ਸੀਟ ਯਾਨੀ ਕਿ ਦਇਆ ਦੇ ਸਿੰਘਾਸਨ ਦੇ ਉੱਤੇ ਪਰਮੇਸ਼ਰ ਦੀ ਪ੍ਰਤੀਨਿਧਤਾ ਕਰਦੀ ਹੈ। ਗੱਦੀ ਜੋ ਸਾਨੂੰ ਕੁਝ ਬਹੁਤ ਦੱਸਦੀ ਹੈ। ਮਹੱਤਵਪੂਰਨ ਹੈ ਕਿ ਸਵਰਗ ਵਿੱਚ ਪਰਮੇਸ਼ਰ ਦੀ ਗੱਦੀ ਦੀ ਨੀਂਹ ਉਸਦਾ ਕਾਨੂੰਨ ਹੈ।
ਤੁਸੀਂ ਦੇਖਦੇ ਹੋ ਕਿਉਂਕਿ ਉਸਦੇ 10 ਹੁਕਮ ਹਨ। ਇਕਰਾਰਨਾਮੇ ਦੀ ਬੇੜੀ ਦੇ ਅੰਦਰ ਪਾਇਆ ਗਿਆ। ਬਾਈਬਲ ਕਹਿੰਦੀ ਹੈ ਕਿ ਦੋਵੇਂ ਪਾਸੇ ਬੇੜੀ ਦੋ ਦੂਤ ਸਨ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ। ਫਰਿਸ਼ਤਿਆਂ ਨੂੰ ਢੱਕਣ ਕਰਨਾ, ਕਵਰ ਕਰਨਾ, ਜਿਸ ਦਾ ਮਤਲਬ ਹੈ ਉਸ ਦਾ ਬਚਾਅ ਜਾਂ ਉਸ ਦੀ ਰੱਖਿਆ ਕਰਨਾ, ਜੋ ਸਾਨੂੰ ਬਹੁਤ ਕੁਝ ਦੱਸਦੀ ਹੈ ਲੂਸੀਫਰ ਦੇ ਨੌਕਰ ਦੇ ਵਰਣਨ ਬਾਰੇ। ਜਦੋਂ ਉਹ ਸਵਰਗ ਵਿੱਚ ਸੀ, ਲੂਸੀਫਰ ਨੇ ਰੱਖਿਆ ਕਰਨੀ ਸੀ ਅਤੇ ਪਰਮੇਸ਼ਵਰ ਦੇ ਕਾਨੂੰਨ ਦੀ ਰੱਖਿਆ ਕਰਨੀ ਜਿਸ ਵਿੱਚ ਉਹ ਖੜਾ ਸੀ। ਪਰਮੇਸ਼ਵਰ ਦੀ ਮੌਜੂਦਗੀ ਉਸਨੇ ਪਹਿਰਾ ਦੇਣਾ ਸੀ। ਕਾਨੂੰਨ ਦੀ ਪਵਿੱਤਰਤਾ ਫਾਊਂਡੇਸ਼ਨ ਹੈ, ਇੱਕ ਨੀਂਹ ਹੈ ਪਰਮੇਸ਼ਵਰ ਦੀ ਸਰਕਾਰ ਬਾਰੇ। ਪਰ ਬਾਈਬਲ ਦੱਸਦੀ ਹੈ, ਅਸੀਂ ਇਜ਼ਕੀਏਲ 28 ਵਿੱਚ ਦੇਖਦੇ ਹਾਂ ਕਿ ਲੂਸੀਫਰ ਸੀ ਹਰ ਤਰੀਕੇ ਨਾਲ ਸੰਪੂਰਨ ਜਦੋਂ ਤੱਕ ਉਸ ਵਿੱਚ ਅਧਰਮ ਜਾਂ ਪਾਪ ਨਹੀਂ ਮਿਲਿਆ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਅਧਰਮ ਹੈ, ਪਾਪ ਹੈ, ਜੋ ਉਹ ਅਪਰਾਧ ਹੈ ਜਾਂ ਕਾਨੂੰਨ ਨੂੰ ਤੋੜਨਾ। ਤਾਂ ਜੋ ਲੂਸੀਫਰ ਜੋ ਉਸਦੀ ਕਾਨੂੰਨ ਦੀ ਰਾਖੀ ਕਰਨੀ ਸੀ, ਪਰ ਉਸਨੇ ਪਰਮੇਸ਼ਵਰ ਦੇ ਕਾਨੂੰਨ ਦੇ ਵਿਰੁੱਧ ਹੋ ਜਾਂਦਾ ਹੈ ਅਤੇ ਉਸ ਤਰ੍ਹਾਂ ਇਹ ਪਹਿਲੀ ਜੰਗ ਸ਼ੁਰੂ ਹੋ ਜਾਂਦੀ ਹੈ ਪਰਮੇਸ਼ਵਰ ਦੇ ਕਾਨੂੰਨ ਅਤੇ ਸਵਰਗ ਦੇ ਵਿੱਚ। ਉਹ ਨਫ਼ਰਤ ਕਰਨ ਲੱਗ ਪੈਂਦਾ ਹੈ ਉਸ ਕਾਨੂੰਨ ਨੂੰ ਜੋ ਉਸਦੇ ਕਈ ਸ਼ਾਮਾਂ ਬਿਤਾਏ ਹਨ। ਇਸ ਤੱਥ ਦਾ ਅਧਿਐਨ ਕਰਦੇ ਹੋਏ ਬਾਈਬਲ ਸਾਨੂੰ ਦੱਸਦੀ ਹੈ ਕਿ ਲੂਸੀਫਰ ਨੇ 1/3 ਨੂੰ ਧੋਖਾ ਦਿੱਤਾ ਸਵਰਗ ਦੇ ਸਾਰੇ ਦੂਤਾਂ ਵਿੱਚੋਂ। ਅਰਬਾਂ ਦੂਤਾਂ ਨੇ ਲੂਸੀਫਰ ਨੂੰ ਇਹ ਕਿਹਾ ਕਿ ਉਹ ਤੁਸੀਂ ਪਵਿੱਤਰ ਦੂਤ ਹੈ ਜੋ ਮੇਰੇ ਨਾਲ ਬੁਰਾ ਬਣਨਾ ਚਾਹੁੰਦੇ ਹੋ। ਇਹ ਨਾ ਧੋਖਾ ਖਾਓ, ਉਹ ਹੈ। ਇਸ ਨਾਲ ਵਧੇਰੇ ਚਟਪਟਾ ਅਤੇ ਵਧੇਰੇ ਚਲਾਕ ਇਹ ਲੂਸੀਫਰ ਸੀ। ਜਦੋਂ ਅਸੀਂ ਯਸ਼ਾਇਆ ਉਸਦੇ 14 ਅਧਿਆਏ ਵਿੱਚ ਦੇਖਦੇ ਹਾਂ, ਲੂਸੀਫਰ ਨੇ ਐਲਾਨ ਕੀਤਾ, ਮੈਂ ਇਸ ਤਰ੍ਹਾਂ ਹੋਵਾਂਗਾ, ਸਭ ਤੋਂ ਉੱਚੇ ਸਾਧਨਾ ਵਾਂਗ ਹੋਵਾਂਗਾ, ਸਭ ਤੋਂ ਉੱਚਾ ਸਿੰਘਾਸਨ ਹੋਵਾਂਗਾ ਤੇ ਸਭ ਤੋਂ ਉੱਚਾ ਤੇ ਸੱਚਾ ਧਰਮੀ ਹੋਣਾ ਜਾਂ ਸਹੀ ਕਰਨਾ ਜਿਵੇਂ ਪਰਮੇਸ਼ਵਰ ਹੈ, ਅਤੇ ਪਵਿੱਤਰ ਹੋਵਾਂਗਾ ਜਿਵੇਂ ਲੂਸੀਫਰ ਹੈ। ਉਹ ਇਹ ਕਹਿੰਦਾ ਹੈ, ਅਸਲ ਵਿੱਚ ਇਹ ਕਹਿਣਾ ਹੈ ਕਿ ਮੈਂ ਪਰਮੇਸ਼ਵਰ ਵਰਗਾ ਪਵਿੱਤਰ ਹੋ ਸਕਦਾ ਹਾਂ ਬਿਨਾਂ ਕਿਸੇ ਦੇ ਕਾਨੂੰਨ ਦੇ। ਮੈਨੂੰ ਇਹ ਦੱਸੋ ਕਿ ਇਹ ਕਿਵੇਂ ਕਰਨਾ ਹੈ। ਕੀ ਤੁਸੀਂ ਪਹਿਲਾਂ ਕਦੇ ਇਹ ਦਲੀਲ ਸੁਣੀ ਹੈ? ਹਾਲਾਂਕਿ ਸਾਨੂੰ ਕਾਨੂੰਨ ਤੋੜਨ ਦੀ ਲੋੜ ਨਹੀਂ ਹੈ, ਪਰਮੇਸ਼ਵਰ ਦੇ ਦੋਸਤਾਂ ਵਾਂਗ ਬਣੋ। ਇਹ ਇੱਕ ਦਲੀਲ ਹੈ, ਸਵੈ ਧਰਮੀ ਸੋਚ ਅਸੀਂ ਰੱਖਦੇ ਹਾਂ ਪਰਮੇਸ਼ਵਰ ਤੋਂ ਬਿਨਾਂ ਸਾਰੀਆਂ ਚੀਜ਼ਾਂ, ਅਤੇ ਇਹੀ ਹੈ ਕਿ ਸਵਰਗ ਦੇ 1/3 ਦੂਤਾਂ ਨੇ ਧੋਖਾ ਖਾਧਾ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਮਨਾਂ ਵਿੱਚ ਮੇਰੇ ਪਿੱਛੇ ਚੱਲ ਰਹੇ ਹੋ। ਹੁਣ ਤੱਕ ਇੱਕ ਫਿਲਮ ਹੈ, ਕਿਉਂਕਿ ਇਹ ਇੱਕ ਮਹਾਂਕਾਵਿ ਦੀ ਕਹਾਣੀ ਹੈ। ਸਾਡੀ ਦੁਨੀਆ ਕਿਵੇਂ ਸ਼ੁਰੂ ਹੋਈ ਤੇ ਉਸਦਾ ਕੀ ਕਾਰਨ ਹੈ ਦਿਖਾਉਂਦੀ ਹੈ। ਸਾਡੀ ਯੋਜਨਾ ਕਿਉਂ ਅਜਿਹੀ ਉਥਲ-ਪੁਥਲ ਵਿੱਚ ਹੈ, ਪਰ ਇਹ ਰਾਜ ਹੈ ਜੋ ਕਿ ਅਸਥਾਈ ਹੈ ਕਿਉਂਕਿ ਪਰਮੇਸ਼ਵਰ ਦੀ ਇੱਕ ਸ਼ਾਨਦਾਰ ਯੋਜਨਾ ਹੈ ਅੱਗੇ ਤੁਹਾਨੂੰ ਅਤੇ ਮੈਨੂੰ ਬਚਾਓ ਲਈ। ਬਾਈਬਲ ਸਾਨੂੰ ਦੱਸਦੀ ਹੈ, ਉਹ ਲੂਸੀਫਰ ਅਤੇ ਉਸਦੇ ਦੂਤ ਦੇ ਬਾਰੇ ਵੀ ਦੱਸਦੀ ਹੈ, ਸਵਰਗ ਤੋਂ ਜਿਵੇਂ ਉਹ ਬਾਹਰ ਕੱਢ ਦਿੱਤੇ ਗਏ। ਇਹੀ ਕਾਰਨ ਹੈ ਕਿ ਅਜਿਹਾ ਕਿਉਂ ਹੋਇਆ। ਲੂਸੀਫਰ ਦਾ ਤੁਰੰਤ ਨਿਰਣਾ ਨਹੀਂ ਕੀਤਾ ਜਾਂਦਾ ਹੈ। ਤੁਸੀਂ ਕਦੇ ਸਵਾਲ ਕੀਤਾ ਹੈ ਜਾਂ ਤੁਸੀਂ ਕਦੀ ਅਜਿਹਾ ਕੀਤਾ ਹੈ, ਆਪਣੇ ਆਪ ਨੂੰ ਪੁੱਛਿਆ ਹੈ, ਤੇ ਫਿਰ ਜਵਾਬ ਕਿਉਂ ਨਹੀਂ ਸੀ ਸਰਲ। ਪਰ ਅਸੀਂ ਜਦੋਂ ਵਿਵਸਥਾ ਵਿਵਰਣ ਉਹਦਾ 19 ਅਧਿਆਏ ਉਹਦੀ 15 ਤੋਂ ਲੈ ਕੇ 19 ਆਇਤਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਇਹ ਸਿਧਾਂਤ ਪੇਸ਼ ਕੀਤਾ ਜਾਂਦਾ ਹੈ ਮੂਸਾ ਅਤੇ ਜੋ ਬੱਚਿਆਂ ਨੂੰ ਉਸਦੇ ਦਿੱਤੇ ਜਾਂਦਾ ਹੈ ਇਜ਼ਰਾਈਲ, ਜੋ ਕਿ ਇੱਕ ਵਿਵਾਦ ਪੈਦਾ ਹੁੰਦਾ ਹੈ ਦੋ ਧਿਰਾਂ ਵਿਚਕਾਰ ਕੀ ਹੋਣਾ ਚਾਹੀਦਾ ਹੈ। ਦੋਵਾਂ ਵਿਚਕਾਰ ਸਮਝਣ ਲਈ ਤੀਜੀ ਧਿਰ ਇਸ ਸਮੇਂ ਇਹ ਸਿਰਫ ਵਾਜਬ ਹੈ। ਆਓ ਅਸੀਂ ਇਸ ਨੂੰ ਲੈਂਦੇ ਹਾਂ, ਇਸ ਸਿਧਾਂਤ ਨੂੰ ਸਾਡੇ ਵਾਪਸ ਅਸੀਂ ਉਸ ਵੱਲ ਜਾਂਦੇ ਹਾਂ ਸਵਰਗ ਵਿੱਚ ਕਹਾਣੀ ਦੇ ਵੱਲ। ਜਦੋਂ ਲੂਸੀਫਰ ਅਤੇ ਉਸਦਾ ਦੂਤਾਂ ਨੇ ਬਗਾਵਤ ਕੀਤੀ ਕਿ ਕਿੰਨੇ ਪੱਖ ਹਨ ਸਵਰਗ ਵਿੱਚ, ਤੁਹਾਡੇ ਦੋ ਵਿਰੋਧੀ ਪੱਖ ਹਨ, ਪਰਮੇਸ਼ਵਰ ਅਤੇ ਉਸਦੇ ਪਵਿੱਤਰ ਦੂਤ, ਅਤੇ ਤੁਹਾਡੇ ਕੋਲ ਹਨ ਲੂਸੀਫਰ ਅਤੇ ਦੂਜੇ ਉਸਦੇ ਧੋਖੇਬਾਜ਼ ਦੂਤ। ਇਸ ਤਰ੍ਹਾਂ ਦਾ ਇਹ ਗਤੀਰੋਧ ਹੈ। ਸ਼ੈਤਾਨ ਪਰਮੇਸ਼ਵਰ ਤੇ ਦੋਸ਼ ਲਗਾ ਰਿਹਾ ਹੈ। ਪਰਮੇਸ਼ਵਰ ਸ਼ੈਤਾਨ ਦੇ ਨਿਰਣੇ ਤੇ ਬੈਠੇਗਾ ਸਮੇਂ ਉਸਦਾ ਬਿੰਦੂ ਜਾਪਦਾ ਹੈ ਅਨੁਚਿਤ, ਕਿਉਂਕਿ ਦੋਸ਼ੀ ਪਰਮੇਸ਼ਵਰ ਉਸਨੂੰ ਕਰੇਗਾ। ਯਜਕੀਏਲ 28 ਵਿੱਚ ਪਰਮੇਸ਼ਵਰ ਨੂੰ ਇੱਕ ਜੱਜ ਦੀ ਤਰ੍ਹਾਂ ਦਿਖਾਇਆ ਗਿਆ ਹੈ। ਉਸਦੀ 17 ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪਰਮੇਸ਼ਵਰ ਨੇ ਲੂਸੀਫਰ ਨੂੰ ਇਹ ਕਹਿੰਦੇ ਹੋਏ ਬਾਹਰ ਕੱਢ ਦਿੱਤਾ ਕਿ ਮੈਂ ਤੈਨੂੰ ਸਿੰਘਾਸਨ ਦੇ ਸਾਹਮਣੇ ਰੱਖਣ ਜਾ ਰਿਹਾ ਹਾਂ ਕਿ ਤੁਹਾਨੂੰ ਹੋਏ ਫੜ ਸਕਦੇ ਹੋ। ਵਚਨ ਕਿਸੇ ਕਿਸਮ ਦਾ ਨਿਰਣਾ ਜਾਪਦਾ ਹੈ ਅਤੇ ਤੁਸੀਂ ਸ਼ੈਤਾਨ ਦੀ ਇੱਕ ਤਸਵੀਰ ਦੇਖ ਸਕਦੇ ਹੋ ਆਪਣੇ ਮਨ ਦੇ ਵਿੱਚ ਜਦੋਂ ਪਰਮੇਸ਼ਵਰ ਨੂੰ ਕਹਿ ਰਿਹਾ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ, ਤੁਸੀਂ ਮੇਰਾ ਨਿਰਣਾ ਲੈਣ ਵਾਲੇ ਜਾਂ ਮੇਰੇ ਤੇ ਨਿਆਂ ਕਰਨ ਵਾਲੇ। ਕਿ ਤੁਹਾਨੂੰ ਪਤਾ ਨਹੀਂ ਕਿ ਜਿਹੜਾ ਸਵਰਗ ਹੈ ਉਹ ਦੋ ਪਾਸਿਆਂ ਵਿੱਚ ਪੂਰਵੀਕਰਨ ਕੀਤਾ ਗਿਆ ਹੈ। ਸਵਾਲ ਇਹ ਹੈ ਹੁਣ ਕਿ ਜਿਊਰੀ ਕੌਣ ਹੈ, ਕੌਣ ਇਸ ਜਿਹੜੀ ਤੀਜੀ ਪਾਰਟੀ ਹੈ ਜਿਹੜੀ ਪਰਮੇਸ਼ਵਰ ਉਸਨੂੰ ਯੂਜ਼
ਕਰੇਗਾ, ਉਹਦਾ ਇਸਤੇਮਾਲ ਕਰੇਗਾ ਤਾਂ ਜੋ ਲੂਸੀਫਰ ਦਾ ਨਿਆਂ ਕਰ ਸਕੇ। ਤੁਹਾਨੂੰ ਯਾਦ ਆ ਅਸੀਂ ਕੁਝ ਦਿਨਾਂ ਪਹਿਲਾਂ ਅਸੀਂ 1000 ਸਾਲਾਂ ਬਾਰੇ ਅਤੇ ਉਸਦੇ ਜਜਮੈਂਟ ਦੇ ਦਿਨ ਬਾਰੇ ਅਸੀਂ ਪੜ੍ਹਿਆ ਸੀਗਾ। ਇਹ ਉਹ ਬਚਾਏ ਗਏ ਹਨ ਜੋ ਕਿ ਉੱਪਰ ਜਾਣਗੇ। ਇਸ ਸਮੇਂ ਸਵਰਗ ਵਿੱਚ ਕਿਤਾਬਾਂ ਵਿੱਚੋਂ ਹਨ। ਜਿਊਰੀ ਸੁਣਦੀ ਹੈ 3 ਚੀਜ਼ਾਂ ਬਾਰੇ। ਸਾਨੂੰ ਜਿਊਰੀ ਬਾਰੇ ਕੀ ਜਾਣਨ ਦੀ ਲੋੜ ਹੈ? ਨੰਬਰ 1, ਜਦੋਂ ਇੱਕ ਜਿਊਰੀ ਨੇ ਉਹਨਾਂ ਨੂੰ ਚੁਣਿਆ, ਉਹਨਾਂ ਲੋਕਾਂ ਦੀ ਚੋਣ ਕਰਨਾ ਪਸੰਦ ਕਰੋ ਜਿਨ੍ਹਾਂ ਕੋਲ ਬਹੁਤ ਘਟੀਆ ਅਪਰਾਧ ਬਾਰੇ ਕੋਈ ਵੀ ਪ੍ਰਤੱਖ ਜਾਣਕਾਰੀ ਨਹੀਂ ਹੁੰਦੀ। ਸਹੀ। ਅੰਦਾਜ਼ਾ ਲਗਾਓ ਕਿ ਮਨੁੱਖਤਾ ਕਿੱਥੇ ਸੀ ਜਦੋਂ ਲੂਸੀਫਰ ਨੇ ਇਸ ਸਮੇਂ ਮਨੁੱਖ ਨੂੰ ਬਗਾਵਤ ਕੀਤੀ। ਦੌੜ ਅਜੇ ਤੱਕ ਨਹੀਂ ਬਣਾਈ ਗਈ ਸੀ ਜਦੋਂ ਤੱਕ ਕਿ ਅਸੀਂ ਮਨੁੱਖ ਉਸ ਜਿਊਰੀ ਤੇ ਹੋਣ ਦੀ ਯੋਗਤਾ ਪੂਰੀ ਕਰਦੇ ਹਨ। ਆਓ ਅਸੀਂ ਦੂਜੀ ਲੋੜ ਤੇ ਨਜ਼ਰ ਮਾਰੀਏ। ਜਿਊਰੀ ਮੈਂਬਰ ਇੱਕ ਲਾਜ਼ਮੀ ਤੌਰ ਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹੋਣਾ ਚਾਹੀਦਾ ਹੈ। ਅਸੀਂ ਜਦੋਂ ਆਦਮ ਅਤੇ ਹਵਾ ਨੂੰ ਦੇਖਦੇ ਹਾਂ, ਜਦੋਂ ਬਣਾਏ ਗਏ ਸੀ, ਪਰਮੇਸ਼ਰ ਦਾ ਕਾਨੂੰਨ ਉਹਨਾਂ ਦੇ ਦਿਲਾਂ ਉੱਤੇ ਲਿਖਿਆ ਗਿਆ ਸੀ। ਇਸ ਲਈ ਮਨੁੱਖ ਦੁਆਰਾ ਜਿਊਰੀ ਬਣਾਉਣ ਦੀ ਯੋਗਤਾ ਪੂਰੀ ਕਰਦੇ ਹਨ। ਅਤੇ ਨੰਬਰ 3, ਜਿਊਰੀ ਦਾ ਇੱਕ ਲਾਜ਼ਮੀ ਹੋਣਾ ਹੈ ਕਿ ਉਹ ਸਹੀ ਅਤੇ ਗਲਤ ਵਿਚਕਾਰ ਸਮਝਣ ਦੇ ਯੋਗ ਹੋਵੇ। ਲਾਜ਼ਮੀ ਤੌਰ ਤੇ ਲੋਕਾਂ ਦੀ ਰਾਏ ਦੁਆਰਾ ਝੁਕਣਾ ਨਹੀਂ ਚਾਹੀਦਾ। ਪਹਿਲਾ ਕੁਰਿੰਥੀਓ 6 ਤੇ ਉਹਦੇ 2 ਤੇ 3 ਕਹਿੰਦੀ ਹੈ, ਜਾਣੋ ਕਿ ਅਸੀਂ ਦੂਤਾਂ ਦਾ ਨਿਰਣਾ ਕਰਾਂਗੇ। ਅਸੀਂ ਉਹ ਰਾਜੇ ਜਾਂ ਪਰਮੇਸ਼ਵਰ ਨੇ ਜੋ ਸਾਨੂੰ ਬਣਾਇਆ ਹੈ ਅੰਸ਼ਕ ਤੌਰ ਤੇ ਜਿਊਰੀ ਵਜੋਂ ਸੇਵਾ ਕਰਨ ਲਈ, ਤਾਂ ਜੋ ਆਦਮੀ ਅਤੇ ਔਰਤਾਂ ਤਿੰਨਾਂ ਬਿੰਦੂਆਂ ਤੇ ਯੋਗਤਾ ਪੂਰੀ ਕਰਦੇ ਹਨ, ਇਸ ਜਿਊਰੀ ਦੀ ਸੇਵਾ ਕਰਨਗੇ। ਇਸ ਲਈ ਲੂਸੀਫਰ ਆਦਮੀ ਦੀ ਇਸ ਰਜਾ ਨੂੰ ਦੇਖਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹ ਹਨ ਜੋ ਕਰਨ ਵਾਲੇ ਹਨ। ਮੇਰਾ ਨਿਰਣੈ ਕਰੋ, ਅਸੀਂ ਇਸ ਬਾਰੇ ਦੇਖਾਂਗੇ। ਹੁਣ ਜਦੋਂ ਸ਼ੈਤਾਨ ਨੂੰ ਪਤਾ ਲੱਗਦਾ ਹੈ ਤਾਂ ਇਸ ਬਾਰੇ ਸੋਚੋ ਕਿ ਪਰਮੇਸ਼ਵਰ ਤੋਂ ਉਸ ਦਿਨ ਦਾ ਨਿਰਣਾ ਕੀਤਾ ਜਾਵੇਗਾ। ਮਨੁੱਖੀ ਨਸਲ ਦੁਆਰਾ ਉਹ ਅੱਗੇ ਕੀ ਕਰਦਾ ਹੈ? ਉਹ ਸਾਨੂੰ ਰਿਸ਼ਵਤ ਦੇਣਾ ਚਾਹੁੰਦਾ ਹੈ ਤੇ ਦਬਾਉਣਾ ਚਾਹੁੰਦਾ ਹੈ। ਸ਼ੈਤਾਨ ਇਹੀ ਚੀਜ਼ਾਂ ਕਰਨਾ ਚਾਹੁੰਦਾ ਹੈ। ਜਿਊਰੀ ਦੇ ਮੈਂਬਰ ਉਸਦੇ ਰਸਤੇ ਤੇ ਉਸਦੇ ਨਾਲ ਹਨ। ਸੋਚਣਾ ਅਤੇ ਬਗਾਵਤ ਕਰਨਾ। ਉਹ ਇਸ ਤਰ੍ਹਾਂ ਆਪਣੀ ਸ਼ੁਰੂਆਤ ਉਹਨਾਂ ਦੇ ਵਿੱਚ ਕਰਦਾ ਹੈ। ਈਦਨ ਗਾਰਡਨ ਦੇ ਵਿੱਚ ਉਸ ਰੁੱਖ ਤੇ ਜੋ ਪਿਆ ਸੀ, ਜਿਸ ਨੂੰ ਉਸਨੂੰ ਠੱਗਣਾ ਪਿਆ ਸੀ, ਜਾਂ ਮਨੁੱਖ ਨੂੰ ਉਸਦਾ ਪਿੱਛਾ ਕਰਨ ਲਈ ਉਸਨੇ ਯਕੀਨੀ ਬਣਵਾਇਆ, ਹਿਦਾਇਤਾਂ ਦਿੱਤੀਆਂ ਕਿ ਉਹ ਦੇਵਤਿਆਂ ਨੂੰ ਨਾ ਪੂਜਣ। ਪਰ ਸ਼ੈਤਾਨ ਨੇ ਬਗੀਚੇ ਵਿੱਚ ਈਵ ਨੂੰ ਧੋਖਾ ਦਿੱਤਾ, ਕਿਉਂਕਿ ਉਹ ਹਵਾ ਨੂੰ ਆਪਣੇ ਵਹਿਮ ਦੇ ਵਿੱਚ ਲੈ ਕੇ ਆਉਂਦਾ ਹੈ ਕਿ ਤੁਸੀਂ ਚਾਹੁੰਦੇ ਹੋ, ਤੁਸੀਂ ਬੁਰਾਈ ਨਾ ਚਾਹੁੰਦੇ ਹੋ। ਜਿੱਦਾਂ ਉਹਨੇ ਈਵ ਨੂੰ ਧੋਖਾ ਦਿੱਤਾ, ਏਦਾਂ ਹੀ ਉਹਨੇ ਸਵਰਗਦੂਤਾਂ ਨੂੰ ਵੀ ਆਪਣੇ ਪਿੱਛੇ ਲਗਾਉਣ ਦੇ ਲਈ ਧੋਖਾ ਦਿੱਤਾ ਸੀ। ਉਹ ਝੂਠ ਜੋ ਤੀਜੇ ਉਸਨੇ 1/3 ਨੂੰ ਯਕੀਨੀ ਬਣਾਇਆ ਤਾਂ ਜੋ ਸਵਰਗ ਦੇ ਦੂਤ ਉਸਦੇ ਪਿੱਛੇ ਹੋ ਸਕਣ, ਉਸਦੇ ਅਗਵਾਈ ਦੇ ਹੇਠਾਂ ਰਹਿ ਸਕਣ। ਉਹ ਲਈ ਮਨੁੱਖੀ ਨਸਲ ਦਾ ਵਿਗਾੜ ਸੰਕਲਪ ਹੈ ਸ਼ੁਰੂ ਤੋਂ ਹੀ। ਉਹ ਪਰਮੇਸ਼ਵਰ ਦੇ ਕਿਰਦਾਰ ਤੇ ਸ਼ੱਕ ਪੈਦਾ ਕਰਵਾਉਂਦਾ ਹੈ। ਇਸ ਲਈ ਬਦਕਿਸਮਤੀ ਨਾਲ ਸਾਡੇ ਜਿਹੜੇ ਮਾਪੇ ਆਦਮ ਤੇ ਹਵਾ, ਪਰਮੇਸ਼ਵਰ ਦੇ ਵਿਰੁੱਧ ਪਾਪ ਕਰਨ ਦੀ ਉਹਨਾਂ ਨੇ ਚੋਣ ਕੀਤੀ ਸੀ ਤੇ ਉਹ ਜਿਊਰੀ ਦੀ ਚੋਣ ਦੇ ਲਈ ਅਯੋਗ ਠਹਿਰਾਏ ਗਏ, ਕਿਉਂਕਿ ਹੁਣ ਹੁਕਮ ਦੀ ਪਾਲਣਾ ਨਹੀਂ ਉਹ ਕਰ ਰਹੇ ਸਨ। ਤੇ ਨਾਗਰਿਕ ਬਹੁਤ ਗੰਭੀਰ ਬਣਾਉਂਦਾ ਹੈ ਇਸ ਸਥਿਤੀ ਨੂੰ। ਇਸ ਲਈ ਯੀਸ਼ੂ ਬਗੀਚੇ ਵਿੱਚ ਆਉਂਦਾ ਹੈ ਤੇ ਦਿੰਦਾ ਹੈ। ਉਹਨਾਂ ਨੂੰ ਇੱਕ ਵਾਅਦਾ ਹੈ ਕਿ ਜਿਸ ਨਾਲ ਉਹ ਮਰ ਜਾਵੇਗਾ ਉਹਨਾਂ ਦੇ ਪਾਪ ਦਾ, ਤਾਂ ਜੋ ਉਹ ਆਪਣੇ ਪਾਪ ਲੈ ਸਕਣ। ਸਵਰਗ ਦੀ ਚੋਣ ਦੁਬਾਰਾ। ਅਸੀਂ ਆਖਿਰਕਾਰ ਜਾਣਦੇ ਹਾਂ ਕਿ ਸ਼ੁਭ ਸਮਾਚਾਰ ਮਨੁੱਖਤਾ ਨੂੰ ਜੀਵ ਵਿੱਚ ਬਹਾਲ ਕਰਨ ਲਈ ਦਿੱਤਾ ਗਿਆ ਸੀ। ਧੁਨੀ ਜਿਊਰੀ ਜੋ ਫਰਕ ਨੂੰ ਜਾਣਦੇ ਹਨ, ਸਹੀ ਜਾਂ ਗਲਤ ਦੇ ਵਿਚਕਾਰ। ਇਹ ਸਹੀ ਕੌਣ ਹੈ? ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਲਈ ਅਤੇ ਮੇਰੇ ਲਈ ਕਿ ਕੋਈ ਰਸਤਾ ਬਣਾਉਣ ਲਈ ਪਰਮੇਸ਼ਵਰ ਮੁੜ ਬਹਾਲ ਕੀਤਾ ਗਿਆ ਤਾਂ ਜੋ ਅਸੀਂ ਵਾਪਿਸ ਆ ਸਕੀਏ। ਇਸੇ ਦਿਨ ਹੁਣ ਜਲਦੀ ਹੀ ਸਵਰਗ ਦਾ ਬਾਗ ਸਾਡੇ ਅੱਗੇ ਦਿਖਾਇਆ ਜਾਵੇਗਾ। ਆਓ ਆਪਣੀ ਫਿਲਮ ਨੂੰ ਤੇਜ਼ੀ ਨਾਲ ਅੱਗੇ ਵਧਾਈਏ। ਉਤਪਤੀ ਨੂੰ ਨਿਕਾਸ ਦੀ ਕਿਤਾਬ ਹੇਠਾਂ ਲੈ ਕੇ ਜਾਓ, ਜਿੱਥੇ ਪਰਮੇਸ਼ਵਰ ਕਿਸੇ ਲੋਕਾਂ ਨੂੰ ਬਾਹਰ ਬੁਲਾਉਣ ਵਾਲਾ ਹੈ ਮਿਸਰ ਵਿੱਚੋਂ ਕੈਦ ਤੋਂ, ਜਦੋਂ ਉਹ ਉਸਦੇ ਵਿੱਚ ਹਨ ਇਜ਼ਰਾਈਲੀ ਲੋਕ। ਹੁਣ ਸੁਣੋ, ਜਦੋਂ ਲੂਸੀਫਰ ਨੇ ਵਿਰੁੱਧ ਬਗਾਵਤ ਕੀਤੀ ਪਰਮੇਸ਼ਵਰ ਦੇ ਵਿਰੁੱਧ, ਉਸਨੂੰ ਪਰਮੇਸ਼ਵਰ ਦਾ ਤਰੀਕਾ ਪਸੰਦ ਨਹੀਂ ਸੀ। ਕਿ ਤੁਸੀਂ ਜਾਣਦੇ ਹੋ ਜ਼ਬੂਰ 77 ਉਹਦੇ 13 ਦੇ ਵਿੱਚ ਕੀ ਕਿਹਾ ਗਿਆ ਹੈ? ਇਹ ਤੁਹਾਡੇ ਤਰੀਕੇ ਨੂੰ ਪੜ੍ਹਦਾ ਹੈ ਜਿਸ ਤਰ੍ਹਾਂ ਉਹ ਪਰਮੇਸ਼ਵਰ ਵਿੱਚ ਹੈ। ਪਨਾਹਗਾਰ ਜੋ ਸਾਡੇ ਜਿੰਨਾ ਮਹਾਨ ਪਰਮੇਸ਼ਵਰ ਹੈ। ਪਰਮੇਸ਼ਵਰ ਇਸ ਲਈ ਜਦੋਂ ਲੂਸੀਫਰ ਨੇ ਵਿਰੁੱਧ ਬਗਾਵਤ ਕੀਤੀ, ਸਵਰਗ ਵਿੱਚ ਪਰਮੇਸ਼ਵਰ ਦੀ ਪਨਾਹਗਾਰ, ਉਹ ਸੱਚਮੁੱਚ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰ ਰਿਹਾ ਸੀ। ਤਰੀਕਾ ਉਸਦਾ ਇਹ ਸੀ ਕਿ ਦੇਵਤਾ ਅਗਲੀ ਵਾਰ ਇਜ਼ਰਾਈਲ ਦੇ ਬੱਚਿਆਂ ਨੂੰ ਕਹਿੰਦਾ ਹੈ,
ਉਹ ਉਹਨਾਂ ਨੂੰ ਆਪਣੇ ਵਜੋਂ ਵਰਤਣ ਲਈ ਤਿਆਰ ਹੋ ਰਿਹਾ ਹੈ। ਉਹ ਲੋਕ ਜਿਨ੍ਹਾਂ ਨੇ ਸੁਨੇਹੇ ਲਿਆਉਣਾ ਹੈ। ਪਰਮੇਸ਼ੁਰ ਜੋ ਸੰਸਾਰ ਦਿੰਦਾ ਹੈ ਉਸ ਨੂੰ ਮੁਕਤੀ ਇਜ਼ਰਾਈਲੀ ਕੁਝ ਖਾਸ ਕਰਦਾ ਹੈ। ਆਓ ਇਸ ਦੇ ਬਲੂ ਪ੍ਰਿੰਟ ਜਾਂ ਪਰਮੇਸ਼ੁਰ ਦੇ ਅਸੀਂ ਇਸ ਨੂੰ GPS ਕਹਿ ਸਕਦੇ ਹਾਂ। ਮੁਕਤੀ ਦੀ ਸ਼ੁਭ ਸਮਾਚਾਰ ਯੋਜਨਾ ਬਾਰੇ ਪਰਮੇਸ਼ੁਰ ਜਾਣਦਾ ਹੈ। ਅਸੀਂ ਜਾਣਦੇ ਸੀ ਉਸਨੇ ਆਪਣੇ GPS ਨਕਸ਼ੇ ਦੀ ਲੋੜ ਪਵੇਗੀ ਜਿਸ ਨੂੰ ਉਸਨੇ ਪਹਿਲਾਂ ਹੀ ਦੇਖਿਆ ਸੀ। ਅਸੀਂ ਗੁਆਚੇ ਤੇ ਲੋੜ ਦੇ ਦੁਆਲੇ ਘੁੰਮਾਂਗੇ। ਘਰ ਵਾਪਿਸ ਆਉਣ ਲਈ ਮਾਰਗਦਰਸ਼ਨ ਜਿਸ ਤਰ੍ਹਾਂ ਦਾ ਹੈ ਉਸਦੇ ਦੋਸਤਾਂ ਕੋਲ ਵਾਪਿਸ ਜਾਓ ਤਾਂ ਪਰਮੇਸ਼ੁਰ ਪਿਆਰ ਦੇ ਨਾਲ ਇਜ਼ਰਾਈਲ ਵੱਲ ਵੇਖਦਾ ਹੈ ਅਤੇ ਕਹਿੰਦਾ ਹੈ, ਮੈਂ ਤੁਹਾਨੂੰ ਇੱਕ ਵਿਸ਼ੇਸ਼ ਤੋਹਫਾ ਦੇਣ ਜਾ ਰਿਹਾ ਹਾਂ। ਅੰਦਰ ਇਹ ਤੋਹਫਾ ਉਹ ਤਰੀਕਾ ਹੈ ਜਿਸ ਨਾਲ ਮੈਂ ਤੁਹਾਨੂੰ ਵਰਤਣਾ ਚਾਹੁੰਦਾ ਹਾਂ। ਇਸ ਨਕਸ਼ੇ ਨੂੰ ਇੱਕ ਵਿਸ਼ੇਸ਼ ਦੇਣ ਲਈ ਇਜ਼ਰਾਈਲੀ ਪੂਰੀ ਦੁਨੀਆ ਨੂੰ GPS ਦੇਣਾ ਚਾਹੁੰਦਾ ਹੈ। ਮੁਕਤੀ ਦਾ ਸ਼ੁਭ ਸਮਾਚਾਰ ਯੋਜਨਾ ਇਜ਼ਰਾਈਲੀਆਂ ਰਾਹੀਂ ਪੂਰੀ ਦੁਨੀਆ ਵਿੱਚ ਕਰਨਾ। ਅਸੀਂ ਇਹ ਸਮਝਣਾ ਤੇ ਕਲਪਨਾ ਕਰਨਾ ਸ਼ੁਰੂ ਕਰ ਸਕਦੇ ਹਾਂ ਕਿ ਕਿਵੇਂ ਇੱਕ ਵਾਰ ਜਦੋਂ ਉਸਨੇ ਦੇਖਿਆ ਤਾਂ ਸ਼ੈਤਾਨ ਨੇ ਗੁੱਸਾ ਮਹਿਸੂਸ ਕੀਤਾ ਹੋਵੇਗਾ। ਸਵਰਗ ਵਿੱਚ ਪਰਮੇਸ਼ੁਰ ਦੇ ਸਿੰਹਾਸਨ ਦੇ ਕਮਰੇ ਦੀ ਨਕਲ ਕੀਤੀ ਉਸਨੇ। ਪਰਮੇਸ਼ੁਰ ਦੀ ਪਨਾਹਗਾਹ ਨੂੰ ਇਸ ਤੇ ਦੁਬਾਰਾ ਬਣਾਇਆ ਜਾ ਰਿਹਾ ਹੈ। ਇਜ਼ਰਾਈਲੀ ਇਸ ਧਰਤੀ ਤੇ ਹੇਠਾਂ ਹਨ ਉਜਾੜ ਕਰਦੇ ਕਿਉਂਕਿ ਉਹਨਾਂ ਮਨੁੱਖਾਂ ਕੋਲ ਹੁੰਦਾ ਹੈ ਪਰਮੇਸ਼ੁਰ ਦੀ ਯੋਜਨਾ ਨੂੰ ਸਮਝਣ ਦਾ ਮੌਕਾ। ਮੁਕਤੀ ਦਾ ਸ਼ੈਤਾਨ ਉਸ ਨੂੰ ਜ਼ਰੂਰ ਉਹਨਾਂ ਨੂੰ ਭਰਮਾਵੇਗਾ। ਉਹ ਆਪਣੀ ਫੌਜ ਨੂੰ ਇੱਕ ਡਿੱਗੇ ਹੋਏ ਫਰਿਸ਼ਤਿਆਂ ਨੂੰ ਘੇਰਨਾ ਅਜਿਹਾ ਕਹਿਣਾ ਸਾਰਿਆਂ ਦਾ ਮਾਰਗਦਰਸ਼ਨ ਕਰਨ ਵਾਲੀ ਚੀਜ਼ ਹੈ। ਲੋਕ ਚੰਗੀ ਤਰ੍ਹਾਂ ਮੁਕਤੀ ਪਾਉਣ ਲਈ ਅਸੀਂ ਇਸ ਤੋਂ ਨਫ਼ਰਤ ਕਰਦੇ ਹਾਂ ਅਤੇ ਅਸੀਂ ਪਰਮੇਸ਼ੁਰ ਦੀ ਯੋਜਨਾ ਨੂੰ ਖਤਮ ਕਰ ਦਿੰਦੇ ਹਾਂ। ਫਿਰ ਜਦੋਂ ਅਸੀਂ ਪਰਮੇਸ਼ੁਰ ਦੇ ਵਿਰੁੱਧ ਜਾਂਦੇ ਹਾਂ, ਇਸ ਸੰਸਾਰ ਨੂੰ ਬਚਾਉਣਾ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਇਸ ਨੂੰ ਤਬਾਹ ਕਰ ਦੇਵਾਂਗੇ। ਨਹੀਂ ਤਾਂ ਉਹ ਲੋਕ ਜੋ ਪਰਮੇਸ਼ੁਰ ਦੀ ਸੱਚਾਈ ਦੇ ਮਾਲਕ ਹਨ, ਅਸੀਂ ਨਹੀਂ ਕਰ ਸਕਦੇ। ਇਸ ਸੱਚਾਈ ਨੂੰ ਸੰਭਾਲਣ ਦੀ ਆਗਿਆ ਦਿੱਤੀ ਗਈ ਹੈ। ਸੰਸਾਰ ਤਾਂ ਜੋ ਤੁਸੀਂ ਪੁੱਛ ਰਹੇ ਹੋਵੋਗੇ ਕਿ ਕੀ ਹੈ ਬਲੂ ਪ੍ਰਿੰਟ, ਇਹ ਕਿਵੇਂ ਹੈ ਮੁਕਤੀ। ਅਸੀਂ ਇੱਕ ਤਸਵੀਰ ਲੈਣ ਜਾ ਰਹੇ ਹਾਂ ਅਤੇ ਅਸੀਂ ਇਸ ਤਸਵੀਰ ਦਾ ਅਧਿਐਨ ਕਰਨ ਜਾ ਰਹੇ ਹਾਂ। ਸਕਰੀਨ ਉੱਤੇ ਆਓ ਦੇਖਿਓ। ਆਓ ਪੰਛੀਆਂ ਦੀ ਅੱਖ ਦਾ ਦ੍ਰਿਸ਼ ਵੇਖੀਏ। ਜਿਵੇਂ ਕਿ ਅਸੀਂ ਇਸ ਤੇ ਠੀਕ ਹਾਂ। ਤੁਸੀਂ ਦੇਖਦੇ ਹੋ ਬਾਹਰੀ ਅਦਾਲਤ, ਤੁਸੀਂ 2 ਲੱਖਾਂ ਤੇ ਆਉਂਦੇ ਹੋ। ਫਰਨੀਚਰ ਹੁਣ ਉਹ ਦਿਲਚਸਪ ਹੈ। ਹਰੇਕ ਫਰਨੀਚਰ ਟੁਕੜੇ ਦਾ ਅਸਲ ਅਰਥ ਨਿੱਜੀ ਤੌਰ ਤੇ ਤੁਹਾਡੇ ਅਤੇ ਮੇਰੇ ਲਈ ਅਸੀਂ ਵੇਖਦੇ ਹਾਂ। ਕੁਰਬਾਨੀ ਦੀ ਵੇਦੀ ਜਿੱਥੇ ਜਾਨਵਰ ਉਹਨਾਂ ਨੂੰ ਕੁਰਬਾਨ ਕੀਤਾ ਜਾਂਦਾ ਸੀ, ਜੋ ਦਰਸਾਉਂਦਾ ਹੈ ਇਸ ਗੱਲ ਦੀ ਕੁਰਬਾਨੀ ਕਿ ਅੱਗੇ ਮਸੀਹ ਯੇਸ਼ੂ ਕੌਣ ਹੈ। ਤੁਹਾਡੇ ਕੋਲ ਇੱਕ ਲੇਵਰ ਹੈ। ਇਹ ਉਹ ਥਾਂ ਹੈ ਜਿੱਥੇ ਪਾਦਰੀ ਧੋਂਦੇ ਸਨ ਆਪਣੇ ਹੱਥਾਂ ਨੂੰ ਤੇ ਪੈਰਾਂ ਨੂੰ। ਉਹ ਇੱਕ ਜਿਹਾ ਕਰਦੇ ਹਨ। ਇਹ ਇਸ ਦਾ ਸੰਕੇਤ ਹੈ ਕਿ ਸ਼ੁਭ ਸਮਾਚਾਰ ਬਪਤਿਸਮਾ ਵਜੋਂ ਪ੍ਰਤੀਕ ਕੀਤਾ ਜਾਂਦਾ ਹੈ। ਹੁਣ ਪਵਿੱਤਰ ਸਥਾਨ ਦੇ ਅੰਦਰ ਆਪਣਾ ਰਸਤਾ ਬਣਾਓ ਅਤੇ ਤੁਸੀਂ ਇਸ ਨੂੰ ਸ਼ੋਬ੍ਰੈਡ ਦੀ ਇੱਕ ਮੇਜ਼ ਵੇਖਦੇ ਹੋ। ਪਰਮੇਸ਼ੁਰ ਦੇ ਵਚਨ ਨੂੰ ਇਸ ਦੀ ਰੋਟੀ ਦਾ ਪ੍ਰਤੀਨਿਧ ਕਰਦਾ ਹੈ। ਜਿਵੇਂ ਮੱਤੀ ਦੇ ਵਿੱਚ 44 ਆਦਮੀ ਨੇ ਰਹੇਗਾ ਇਕੱਲੀ ਰੋਟੀ ਨਾਲ, ਉੱਥੇ ਲਿਖਿਆ ਹੈ 4:4 ਦੇ ਵਿੱਚ ਕਿ ਉਹ ਪਰਮੇਸ਼ੁਰ ਦੇ ਹਰ ਇੱਕ ਵਚਨ ਦੇ ਨਾਲ ਜੋ ਕਿ ਉਸਦੇ ਮੂੰਹੋਂ ਨਿਕਲਦਾ ਹੈ ਜਿਉਂਦਾ ਹੈ। ਅੱਗੇ ਤੁਸੀਂ ਮੁੜ ਵੇਖਦੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਕੋਲ ਹੈ ਧੂਪ ਦੀ ਵੇਦੀ ਜੋ ਸਾਡੀ ਪ੍ਰਤੀਨਿਧਤਾ ਕਰਦੀ ਹੈ ਪ੍ਰਾਰਥਨਾਵਾਂ। ਅਤੇ ਫਿਰ ਤੁਸੀਂ ਦੇਖਦੇ ਹੋ 7 ਸ਼ਾਖਾ ਮੋਮਬੱਤੀ ਆਂਕੜੇ ਜੋ ਪ੍ਰਤੀਨਿਧੀ ਕਰਦੇ ਹਨ ਪਵਿੱਤਰ ਆਤਮਾ ਸਾਡੀ ਗਵਾਹ। ਦੂਸਰੇ ਪਰਮੇਸ਼ੁਰ ਦੇ ਦੋਸਤਾਂ ਦੀ ਆਤਮਾ ਰਾਹੀਂ ਤੁਸੀਂ ਦੇਖਦੇ ਹੋ ਕਿ ਇਸ ਦੁਨੀਆ ਦੀ ਰੌਸ਼ਨੀ ਹਾਂ। ਸ਼ਹਿਰ ਜੋ ਪਹਾੜੀ ਤੇ ਹੁੰਦਾ ਹੈ ਉਸ ਨੂੰ ਕੋਈ ਵੀ ਨਹੀਂ ਛੁਪਾ ਸਕਦਾ। ਸਾਨੂੰ ਯੇਸ਼ੂ ਲਈ ਚਮਕਦਾਰ ਹੋਣਾ ਚਾਹੀਦਾ ਹੈ। ਇਹ ਸਭ ਹੁਣ ਸਾਡੇ ਗਵਾਹ ਦੋਸਤਾਂ ਬਾਰੇ ਹੈ। ਆਓ ਸਭ ਤੋਂ ਪਵਿੱਤਰ ਸਥਾਨ ਦੇ ਅੰਦਰ ਆਪਣਾ ਰਸਤਾ ਬਣਾਈਏ। ਸਥਾਨ ਤੁਸੀਂ ਇਕਰਾਰਨਾਮੇ ਦੀ ਬੇੜੀ ਨੂੰ ਵੇਖੋਗੇ ਦੋਸਤੋ। ਉਸ ਦੇ ਅੰਦਰ 10 ਹੁਕਮਾਂ ਹਨ ਜੋ ਇਸ ਦੇ ਬਲੂ ਪ੍ਰਿੰਟ ਦਾ ਇੱਕ ਖਾਕਾ ਹੈ। ਤਾਂ ਜੋ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਪਨਾਹਗਾਹ ਪਰਮੇਸ਼ੁਰ ਦੀ ਹੈ। ਜੇ ਤੁਸੀਂ ਇਸ ਨੂੰ ਨੇੜਿਓਂ ਦੇਖੋ ਤਾਂ ਸ਼ੁਭ ਸਮਾਚਾਰ ਯੋਜਨਾ ਬਾਹਰੀ ਕਿਨਾਰਿਆਂ ਦੇ ਆਲੇ ਦੁਆਲੇ ਤਸਵੀਰ ਅਤੇ ਅਸੀਂ ਟਰੇਸ ਕਰ ਸਕਦੇ ਹਾਂ ਫਰਨੀਚਰਾਂ ਦੇ ਲੇਖਾਂ ਵਿੱਚੋਂ ਤੁਸੀਂ ਕੀ ਜਾਣਦੇ ਹੋ ਕਿ ਤੁਹਾਨੂੰ ਕੀ ਮਿਲੇਗਾ। ਤੁਸੀਂ ਹਜ਼ਾਰਾਂ ਸਾਲਾਂ ਦੀ ਕਲਪਨਾ ਕਰ ਸਕਦੇ ਹੋ। ਯੀਸ਼ੂ ਦੇ ਮੌਕੇ ਤੇ ਆਉਣ ਤੋਂ ਕਈ ਸਾਲ ਪਹਿਲਾਂ ਉਹ ਪਨਾਹਗਾਹ ਹੈ। ਭਵਿੱਖਬਾਣੀ ਕੀਤੀ ਗਈ ਹੈ ਕਿ ਪਨਾਹਗਾਹ ਦੇ ਬਾਰੇ ਉਹ ਮਸੀਹ ਇੱਕ ਕ੍ਰਾਸ ਤੇ ਮਰ ਜਾਵੇਗਾ। ਸਾਡਾ ਪਾਪ ਉਸ ਦੇ ਉੱਤੇ
ਰੱਖਿਆ ਜਾਵੇਗਾ। ਮੈਂ ਸੱਚ ਦਾ ਤਰੀਕਾ ਦੱਸਦੀ ਹਾਂ ਅਤੇ यूहन्ना ਦੀ ਜ਼ਿੰਦਗੀ ਵਿੱਚ ਜਦੋਂ ਤੁਸੀਂ ਦੇਖਦੇ ਹੋ ਪਨਾਹਗਾਰ ਨੂੰ ਦੇਖੋ, ਜੋ ਤੁਹਾਨੂੰ ਮਿਲੇਗੀ ਕੁਝ ਹੋਰ ਬਹੁਤ ਦਿਲਚਸਪ ਚੀਜ਼ਾਂ ਜਿਸ ਦੇ ਨਾਲ, ਕਿਉਂਕਿ ਹਰੇਕ ਥਾਂ ਤੇ ਜਿਸ ਦੇ ਇੱਕ ਲੇਖ ਫਰਨੀਚਰ ਹੈ ਕਿ ਮਸੀਹ ਜ਼ਖਮੀ ਹੋਇਆ ਗਿਆ ਸੀ, ਖੱਬੇ ਹੱਥ ਵਿੱਚ 9 ਆਉਂਦਾ ਹੈ, ਸੱਜੇ ਹੱਥ ਉਸਦੇ ਕੰਡਿਆਂ ਦਾ ਤਾਜ, ਸਿਰ ਵਿੱਚ ਦਿਲ ਦੇ ਟੁੱਟੇ ਹੋਏ ਨੌਹਾਂ ਨਾਲ ਉਸਦੀ ਮੌਤ ਹੋ ਗਈ, ਉਸਦੇ ਕ੍ਰਾਸ ਫੁੱਟ ਜਿੱਥੋਂ ਇੱਥੋਂ ਤੱਕ ਕਿ ਉਸ ਬਿੰਦੂ ਤੱਕ ਵੀ ਜਿੱਥੇ ਉਸਨੂੰ ਉਸਦੇ ਪਾਸਿਆਂ ਨੂੰ ਵਿੰਨਿਆ ਗਿਆ ਸੀ, ਖੂਨ ਅਤੇ ਪਾਣੀ ਜਿਸ ਤੋਂ ਬਾਹਰ ਆ ਰਿਹਾ ਸੀ। ਤੁਸੀਂ ਵੇਖਦੇ ਹੋ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਜਨਮ ਦਿੰਦਾ ਹੈ, ਇਹ ਵਾਰ-ਵਾਰ ਉਸਦੇ ਰਸਤੇ ਦੀ ਯੋਜਨਾ ਬਣਾ ਰਿਹਾ ਹੈ। ਆਓ ਇਜ਼ਰਾਈਲ ਦੇ ਬੱਚਿਆਂ ਨੂੰ ਲੈ ਜਾਈਏ ਉਦਾਹਰਨ ਨਿਕਾਸ ਵਜੋਂ ਉਸਦੇ 12 ਅਧਿਆਏ, ਜਿਸ ਵਿੱਚ ਉਹਨਾਂ ਦੀ ਅਗਵਾਈ ਕੀਤੀ ਜਾ ਰਹੀ ਹੈ ਕੈਦ ਤੋਂ ਬਾਹਰ। ਪਰਮੇਸ਼ਵਰ ਪਹਿਲੀ ਚੀਜ਼ ਦੱਸਦਾ ਉਹਨਾਂ ਨੂੰ ਕਿ ਕਿਵੇਂ ਉਹ ਕੁਰਬਾਨੀ ਦੇਣ ਅਤੇ ਖੂਨ ਦੇ ਦਰਵਾਜ਼ਿਆਂ ਦੇ ਉੱਤੇ ਉਹਨਾਂ ਨੂੰ ਲਗਾ ਕੇ ਰੱਖਣਾ ਹੈ, ਕਿ ਫਰਨੀਚਰ ਦਾ ਲੈ ਕੇ ਦਰਸਾਉਂਦਾ ਹੈ ਕੁਰਬਾਨੀ ਦੀ ਵੇਦੀ। ਹੁਣ ਅਸੀਂ ਜਾਵਾਂਗੇ ਨਿਕਾਸ 14। ਉਹ ਜਾ ਰਹੇ ਹਨ ਆਜ਼ਾਦੀ ਵੱਲ, ਫਿਰੌਨ ਤੋਂ ਦੂਰ। ਫਿਰੌਨ ਕਹਿੰਦਾ ਹੈ ਕਿ ਇੰਤਜ਼ਾਰ ਕਰੋ ਕਿ ਮੈਂ ਕੀ ਕੀਤਾ, ਤੇ ਉਸਦਾ ਮਨ ਬਦਲ ਗਿਆ। ਉਹ ਉਹਨਾਂ ਨੂੰ ਵਾਪਸ ਲੈ ਜਾਣ ਲਈ ਰੋਕਣਾ ਚਾਹੁੰਦਾ ਹੈ। ਪਰਮੇਸ਼ਵਰ ਕੀ ਕਰਦਾ ਹੈ ਕਿ ਉਹ ਲਾਲ ਸਮੁੰਦਰ ਨੂੰ ਖੋਲ ਦਿੰਦਾ ਹੈ। ਕਿ ਇਹ ਲੇਵਰ ਬਪਤਿਸਮਾ ਦਾ ਪ੍ਰਤੀਕ ਨਹੀਂ ਹੈ? ਜਦੋਂ ਉਹ ਦੂਜੇ ਪਾਸੇ ਪਹੁੰਚ ਜਾਂਦੇ ਹਨ ਨਿਕਾਸ ਵਿੱਚ, ਲਾਲ ਸਾਗਰ ਫਿਰ ਦੁਬਾਰਾ ਬੰਦ ਹੋ ਜਾਂਦਾ ਹੈ। ਅੰਦਾਜ਼ਾ ਲਗਾਓ ਕੀ ਹੁੰਦਾ ਹੈ। ਉਹ ਰੋਂਦੇ ਹਨ, ਅਸੀਂ ਭੁੱਖੇ ਹਾਂ। ਅੰਦਾਜ਼ਾ ਲਗਾਓ ਪਰਮੇਸ਼ਵਰ ਇਸ ਲਈ ਕੀ ਕਰਦਾ ਹੈ। ਉਹ ਉਹਨਾਂ ਆਪਣੇ ਲੋਕਾਂ ਦੇ ਮੂੰਹ ਵਿੱਚ ਮੰਨਾ ਰੋਟੀ ਤੇ ਰਾਜ ਕਰਵਾਉਂਦਾ ਹੈ, ਸਵਰਗ ਤੋਂ, ਜੋ ਮੇਜ਼ ਦੀ ਪ੍ਰਤੀਨਿਧਤਾ ਹੈ। ਅਸੀਂ ਜਦੋਂ ਉਹਦਾ 19 ਵਿੱਚ ਪੜ੍ਹਦੇ ਹਾਂ ਤਾਂ ਸ਼ੋ ਬ੍ਰੈਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੁਸੀਂ ਮੇਰਾ ਇੱਕ ਅਜੀਬ ਖਜ਼ਾਨੇ ਹੋ, ਤੁਸੀਂ ਮੇਰੀ ਰੌਸ਼ਨੀ ਦੁਨੀਆ ਲਈ ਲੈ ਕੇ ਜਾਓਗੇ, ਮੇਰੇ ਲੋਕਾਂ ਦੇ ਲਈ ਲੈ ਕੇ ਜਾਓਗੇ। ਮੈਂ ਮੁਕਤੀ ਲਿਆਉਣ ਲਈ ਤੁਹਾਨੂੰ ਵਰਤਣਾ ਚਾਹੁੰਦਾ ਹਾਂ। ਉਹ ਧਰਤੀ ਜੋ ਸੰਖੇਪ ਵਿੱਚ ਪਰਮੇਸ਼ਵਰ ਹੈ, ਉਹਨਾਂ ਨੂੰ 7 ਸ਼ਾਖਾਵਾਂ ਵਿੱਚ ਲੈ ਜਾਣਾ ਚਾਹੁੰਦਾ ਹੈ। ਮੋਮਬੱਤੀ ਵਾਲਾ ਪਰਮੇਸ਼ਵਰ ਮੂਸਾ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਚਾਹੁੰਦਾ ਹਾਂ ਮੇਰੇ ਲੋਕਾਂ ਨੂੰ 3 ਦਿਨ ਬਿਤਾਉਣ ਲਈ ਕਹਿਣਾ, ਤਾਂ ਆਪਣੇ ਆਪ ਨੂੰ ਤਿਆਰ ਕਰਨ, ਪ੍ਰਾਰਥਨਾ ਵਿੱਚ ਦਿਲ ਦੀ ਤਿਆਰੀ ਕਰਨ ਮੇਰੇ ਨਾਲ, ਜੋ ਕਿ ਧੂਪ ਦੀ ਵੇਦੀ ਦਾ ਪ੍ਰਤੀਕ ਹੈ। ਉਹਨਾਂ ਨੂੰ ਆਪਣੇ ਦਿਲ ਤਿਆਰ ਕਿਉਂ ਕਰਨੇ ਚਾਹੀਦੇ ਹਨ? ਕਿਉਂਕਿ ਨਿਕਾਸ ਵਿੱਚ ਕੀ ਹੁੰਦਾ ਹੈ, ਜਦੋਂ ਅਸੀਂ 20 ਵਿੱਚ ਪੜ੍ਹਦੇ ਹਾਂ, ਪਰਮੇਸ਼ਵਰ ਹੇਠਾਂ ਆਉਂਦਾ ਹੈ ਅਤੇ ਬੋਲਦਾ ਹੈ, ਹੁਕਮ ਉਹਨਾਂ ਨੂੰ ਦੱਸਦਾ ਹੈ। ਉਹ ਜ਼ਿੰਦਗੀ ਨੂੰ ਵੇਖੇ ਯੀਸ਼ੂ ਦਾ ਇੱਕ ਪੈਟਰਨ ਨਾਲ ਕਿਵੇਂ ਮੇਲ ਖਾਂਦਾ ਹੈ, ਪਨਾਹਗਾਰ ਵਿੱਚ ਯੀਸ਼ੂ ਦਾ ਜਨਮ ਕਿਵੇਂ ਹੋਇਆ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਾਨਵਰਾਂ ਵਿੱਚੋਂ ਗੁੱਸਾ, ਤੁਸੀਂ ਕੀ ਕਹਿ ਸਕਦੇ ਹੋ ਕਿ ਉਸਦਾ ਜਨਮ ਕੁਰਬਾਨੀ ਦੀ ਵੇਦੀ ਤੇ ਹੋਇਆ। 30 ਸਾਲ ਦੀ ਉਮਰ ਵਿੱਚ ਬਪਤਿਸਮਾ ਦਿੱਤਾ ਗਿਆ। ਇਹ ਉਹ ਲੇਵਰ ਹੈ ਜਿਸ ਵਿੱਚ ਉਸਨੂੰ ਫੇਰ ਲਿਜਾਇਆ ਜਾਂਦਾ ਹੈ। ਉਹ ਉਜਾੜ ਜਿੱਥੇ ਉਹ ਲਾਲਚ ਵਿੱਚ ਸੀ, ਉਸਨੂੰ ਲਾਲਚ ਪਾਇਆ ਜਾਂਦਾ ਹੈ ਕਿ ਉਹ ਪੱਥਰਾਂ ਨੂੰ ਰੋਟੀ ਬਣਾ ਦੇਵੇ। ਸ਼ੈਤਾਨ ਉਸਨੂੰ ਮਨ ਦੇ ਵਿੱਚ ਲਾਲਚ ਪਾਉਂਦਾ ਹੈ। ਦੂਜਾ ਲਾਲਚ, ਉਹ ਆਪਣੇ ਆਪ ਨੂੰ ਸੁੱਟ ਦੇਵੇ ਚੱਟਾਨ ਤੋਂ। ਇਹ ਪੇਸ਼ਕਸ਼ ਕੀਤੀ ਜਾਂਦੀ ਹੈ ਕਿ ਪਰਮੇਸ਼ਵਰ ਨੂੰ ਗੁਸਤਾਖੀ ਉਸ ਨਾਲ ਕਰੇ ਉਹ। ਤੇ ਤੀਜਾ ਲਾਲਚ, ਉਹ ਉਸਨੂੰ ਕਹਿੰਦਾ ਹੈ ਕਿ ਉਹ ਆਪਣੀ ਸਾਰੀ ਸ਼ਾਖਾ ਮੋਮਬੱਤੀ ਉਸ ਨੂੰ ਝੁਕਾ ਦੇਵੇ, ਤੇ ਉਹ ਆਪਣੇ ਆਪ ਨੂੰ ਝੁਕਾ ਦੇਵੇ, ਤਾਂ ਉਹ ਉਸਨੂੰ ਸਭ ਕੁਝ ਦੇ ਦੇਵੇਗਾ ਤੁਹਾਡੇ ਲੋਕਾਂ ਲਈ। ਪਰ ਯੀਸ਼ੂ ਨੇ ਸ਼ੈਤਾਨ ਨੂੰ ਇਨਕਾਰ ਕਰ ਦਿੱਤਾ ਅਤੇ ਯੀਸ਼ੂ ਤਿੰਨਾਂ ਲਾਲਚਾਂ ਤੋਂ ਦੂਰ ਹੋ ਜਾਂਦਾ ਹੈ ਅਤੇ ਕਾਨੂੰਨ ਦਾ ਪ੍ਰਚਾਰ ਕਰਕੇ ਅੱਗੇ ਵੱਧਦਾ ਹੈ। ਉਹ ਹਰ ਇੱਕ ਇਸ ਅਭਿਲਾਸ਼ਾ ਦਾ ਉਹ ਸਾਹਮਣਾ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਕਰਦਾ ਹੈ। ਉਹ ਸਾਰੀ ਪ੍ਰੀਖਿਆਵਾਂ ਪਾਰ ਕਰ ਜਾਂਦਾ ਹੈ। ਆਓ ਅਸੀਂ ਹੁਣ ਨਵੇਂ ਨਿਯਮ ਦੇ ਪੈਟਰਨ ਵੱਲ ਵੇਖੀਏ, ਜਿੱਥੇ ਕਿ ਅਸੀਂ ਵੇਖਦੇ ਹਾਂ ਮੱਤੀ ਅਤੇ ਮਾਰਕ ਅਤੇ ਲੂਕ ਦੇ ਅਤੇ यूहन्ना ਦੇ ਵਿੱਚ ਮਸੀਹ ਦੀ ਕੁਰਬਾਨੀ ਨਾਲ ਅਗਲੀ ਕਿਤਾਬ ਜੋ ਕਿ ਪ੍ਰੇਰਿਤਾਂ ਦੇ ਕੰਮ ਹੈ, ਉਸ ਵਿੱਚ ਬਪਤਿਸਮੇ ਬਾਰੇ ਪਵਿੱਤਰ ਆਤਮਾ ਦਾ ਜੋ ਲੇਵਰ ਹੈ, ਅਸੀਂ ਜਿਸ ਪਨਾਹਗਾਰ ਵਿੱਚੋਂ ਲੰਘ ਰਹੇ ਹਾਂ, ਅਸੀਂ ਵਿੱਚੋਂ ਦੇਖਦੇ ਹਾਂ ਕਿ ਰੋਮਨ ਦੀ ਅਗਲੀ ਕਿਤਾਬ ਵੇਖੋ, ਯਹੂਦੀ ਰਾਹੀਂ ਸਾਰੇ ਇਸ ਬਾਰੇ ਗੱਲ ਕਰਦੇ ਹਨ। ਬਾਈਬਲ ਅਧਿਐਨ ਪ੍ਰਾਰਥਨਾ ਦੀ ਮਹੱਤਤਾ ਬਾਰੇ ਫਿਰ ਖੁਲਾਸਾ ਲਿਆਉਂਦਾ ਹੈ ਕਿ ਪਰਮੇਸ਼ਵਰ ਦੇ ਸਿੰਹਾਸਨ ਵਾਲੇ ਕਮਰੇ ਵਿੱਚ ਸਭ ਤੋਂ ਪਵਿੱਤਰ ਸਥਾਨ ਤੇ ਇੱਕ ਖਾਕਾ ਯੋਜਨਾ ਹੈ ਮੁਕਤੀ ਲਈ। ਤੇ ਮੈਂ ਚਾਹੁੰਦੀ ਹਾਂ ਕਿ ਮੈਂ ਬਚਾਈ ਜਾਵਾਂ, ਇਸ ਪ੍ਰਕਿਰਿਆ ਅਸੀਂ ਰੋਮੀਓ ਉਹਦੀ 10:9 ਵਿੱਚ ਪੜ੍ਹਦੇ ਹਾਂ ਕਿ ਜੋ ਇਹ ਪਹਿਲਾਂ ਸਵੀਕਾਰ ਕਰਦਾ ਹੈ ਕਿ ਮਸੀਹ ਕੌਣ ਹੈ, ਸੱਚਮੁੱਚ ਮਸੀਹ ਉਸਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਮੁਰਦਿਆਂ ਵਿੱਚੋਂ ਜੀ ਉੱਠਿਆ, ਤੇ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਕਰਦਾ ਹੈ, ਤਾਂ ਉਸਨੂੰ ਨਿੱਜੀ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਕਬੂਲ ਕਰਦਾ ਹੈ। ਹੁਣ ਤੁਸੀਂ ਇੱਥੇ ਰੁਕਦੇ ਹੋ। ਪਰਮੇਸ਼ਵਰ ਦੇ ਬਪਤਿਸਮੇ ਤੋਂ ਪਰੇ ਦੇ ਰਸਤੇ ਲਈ ਹੋਰ ਹੈ।
ਪਰ ਜੇ ਮੈਂ ਬਪਤਿਸਮਾ ਪ੍ਰਾਪਤ ਕਰ ਰਹੀ ਹਾਂ ਜਾਂ ਰਿਹਾ ਹਾਂ ਤਾਂ ਅੱਗੇ ਮੈਂ ਮਸੀਹ ਦਾ ਪਿੱਛਾ ਕਰਾਂ, ਮੈਂ ਮਸੀਹ ਦੇ ਪਿੱਛੇ ਚੱਲਾਂ, ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਾਂ ਤੇ ਦਾਅਵਾ ਕਰਨਾ ਕਿ ਪਰਮੇਸ਼ਵਰ ਨਾਲ ਮੈਂ ਪ੍ਰਾਰਥਨਾ ਕਰਾਂਗਾ, ਅਸੀਂ ਸਾਡੇ ਨੂੰ ਹੋਰ ਡੂੰਘੇ ਕਰ ਸਕਦੇ ਹਾਂ। ਅਸੀਂ ਇਸ ਰਿਸ਼ਤੇ ਨੂੰ ਹੋਰ ਲੋਕਾਂ ਦੇ ਚੰਗੇ ਪਿਆਰ ਬਾਰੇ ਮੁਕਤੀ ਦਾ ਰਸਤਾ ਇਹ ਅੰਦਾਜ਼ਾ ਲਗਾਉਣਾ ਕਿ ਕਿੱਥੇ ਹੈ। ਤੁਹਾਨੂੰ ਆਖਿਰਕਾਰ ਵਿੱਚ ਇਸ ਦਾ ਕਾਰਨ ਬਣਾਇਆ ਜਾਂਦਾ ਹੈ। ਯਹੂਨਾ 14:15 ਵਿੱਚ ਯੀਸ਼ੂ ਕਹਿੰਦਾ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਮੁਕਤੀ ਦੀ ਇਸ ਯੋਜਨਾ ਤੇ ਕ੍ਰਾਸ ਨੂੰ ਪੂਰਾ ਕਰਨਾ ਨਿਯਮ ਹੈ। ਸੱਚਮੁੱਚ ਇਸ ਬਾਰੇ ਸ਼ੈਤਾਨ ਕਿਵੇਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਨਾਂ ਲੋਕਾਂ ਨੂੰ ਨਸ਼ਟ ਜੋ ਪਰਮੇਸ਼ਵਰ ਦੇ ਬਲੂਪ੍ਰਿੰਟ ਨੂੰ ਨਸ਼ਟ ਕਰਦੇ ਹਨ। ਆਪਣੇ ਆਪ ਲਈ ਸਾਨੂੰ ਇਸ ਦੀ ਕਲਪਨਾ ਕਰਨੀ ਚਾਹੀਦੀ ਹੈ। ਬਲੂਪ੍ਰਿੰਟ ਇੱਕ ਫੁੱਟਬਾਲ ਹੈ ਅਤੇ ਪਰਮੇਸ਼ਵਰ ਸਾਨੂੰ ਜੋ ਦਿੰਦਾ ਹੈ, ਫੁੱਟਬਾਲ ਇਜ਼ਰਾਈਲ ਹੈ ਅਤੇ ਉਹ ਕਹਿੰਦਾ ਹੈ ਇਸ ਨੂੰ ਲੈ ਲਓ ਮੈਦਾਨ ਦੇ ਹੇਠਾਂ। ਇਸ ਲਈ ਇਜ਼ਰਾਈਲ ਦੌੜਨਾ ਸ਼ੁਰੂ ਕਰ ਰਿਹਾ ਹੈ ਮੈਦਾਨ ਦੇ ਹੇਠਾਂ, ਪਰ ਉਹ ਬਾਗੀ ਹੋਣ ਦੀ ਚੋਣ ਕਰਦਾ ਹੈ ਪਰਮੇਸ਼ਵਰ ਦੇ ਵਿਰੁੱਧ, ਅਤੇ ਇਸ ਦੀ ਬਜਾਏ ਉਹ ਅਜਿਹਾ ਪ੍ਰਾਪਤ ਕਰਦੇ ਹਨ। ਜ਼ਿੱਦੀ ਲੋਕ ਬਣਦੇ ਹਨ, ਉਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਤੇ ਉਹਨਾਂ ਦੀ ਆਗਿਆ ਦਾ ਹੁਕਮ ਦਾ ਪਾਲਣ ਨਹੀਂ ਕਰਦੇ। ਉਹਨਾਂ ਦਾ ਆਪਣਾ ਰਸਤਾ ਡਿੱਗਣ ਦਾ ਹੈ। ਬੈਬੀਲੋਨ ਦੀ ਕੈਦ ਦੇ ਅੱਗੇ ਕੀ ਵਾਪਰਦਾ ਹੈ ਸਾਨੂੰ ਪਹਿਲੋਂ ਤੋਂ ਹੀ ਪੇਸ਼ ਕੀਤਾ ਗਿਆ ਹੈ। ਦਾਨੀਏਲ ਦੀ ਕਿਤਾਬ ਵਿੱਚ 3 ਭਵਿੱਖਬਾਣੀਆਂ। ਪਹਿਲੀ ਭਵਿੱਖਬਾਣੀ 70 ਹਫ਼ਤਿਆਂ ਦੀ ਭਵਿੱਖਬਾਣੀ। ਇਹ ਭਵਿੱਖਬਾਣੀ ਹੈ ਜੋ ਅਸੀਂ ਕਰਾਂਗੇ ਇਸ ਉਦਾਹਰਣ ਲਈ, ਇਸ ਨੂੰ ਸਰਲ ਰੱਖੋ। ਦੋਸਤੋ, ਭਵਿੱਖਬਾਣੀ ਪਰਮੇਸ਼ਵਰ ਕਹਿ ਰਿਹਾ ਹੈ ਇਜ਼ਰਾਈਲ ਨੂੰ ਜੋ ਉਸਨੂੰ ਪਨਾਹਗਾਰ ਹੈ, ਜੇ ਤੁਸੀਂ ਉਸਨੂੰ ਪ੍ਰਾਪਤ ਕਰਨ ਲਈ ਤਿਆਰ ਨਹੀਂ ਅਤੇ ਜੇ ਤੁਸੀਂ ਉਸਦੇ ਵੱਲ ਬਗਾਵਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖਾਕਾ ਦੇਖਾਂਗੇ। ਉਸਦਾ ਖਾਕਾ ਇਹ ਕਿਸੇ ਹੋਰ ਨੂੰ ਚੰਗੀ ਤਰ੍ਹਾਂ ਦਾ ਅੰਦਾਜ਼ਾ ਲਗਾਓ ਕਿ ਕੀ ਵਾਪਰਦਾ ਹੈ ਜਦੋਂ ਯੀਸ਼ੂ ਤਿਆਰ ਨਹੀਂ ਆਉਂਦਾ। ਜਦੋਂ ਯੀਸ਼ੂ ਆਉਂਦਾ ਤਾਂ ਤੁਸੀਂ ਤਿਆਰ ਨਹੀਂ ਹੁੰਦੇ। ਇਜ਼ਰਾਈਲ ਮਸੀਹ ਨੂੰ ਰੱਦ ਕਰ ਦਿੰਦਾ ਹੈ ਜਿਸ ਨੂੰ ਤੁਸੀਂ ਜਾਣਦੇ ਹੋ। ਜਦੋਂ ਪਰਦਾ ਮਰ ਜਾਂਦਾ ਹੈ ਤਾਂ ਕੀ ਹੁੰਦਾ ਹੈ? ਪਨਾਹਗਾਰ ਨੂੰ ਸਿਖਰ ਤੇ ਪਾ ਦਿੱਤਾ ਗਿਆ ਹੇਠਾਂ ਧਰਤੀ ਦੇ ਅੰਤ ਨੂੰ ਦਰਸਾਉਂਦਾ ਹੈ। ਰੂਟ ਬਲੂਪ੍ਰਿੰਟ ਯੀਸ਼ੂ ਦੇ ਪੁਨਰ ਉਥਾਨ ਤੋਂ ਬਾਅਦ ਸਵਰਗੀ ਪਨਾਹਗਾਰ ਵਿੱਚ ਸਵਰਗ ਅਤੇ ਬਲੂਪ੍ਰਿੰਟ ਜਾਂ ਉਹ ਗੇਨ ਹੋਣ ਤੋਂ ਕੀਤੀ ਗਈ ਹੈ। ਸ਼ਾਬਦਿਕ ਇਜ਼ਰਾਈਲ ਅਤੇ ਆਧਾਤਮਿਕ ਨੂੰ ਦਿੱਤਾ ਗਿਆ। ਇਜ਼ਰਾਈਲ ਅੰਦਾਜ਼ਾ ਲਗਾਉਂਦਾ ਹੈ ਕਿ ਅਸੀਂ ਹੁਣ ਕੀ ਗਏ ਹਾਂ ਪੁਰਾਣੇ ਨਿਯਮ ਰਾਹੀਂ। ਅੱਜ ਸ਼ਾਮ ਹਾਫੇ ਪਰਮੇਸ਼ਵਰ ਇਜ਼ਰਾਈਲ ਨੂੰ ਤੋਹਫਾ ਦਿੰਦਾ ਹੈ ਜੀਬਾਂ ਦੀ ਤਾਂ ਉਹ ਲੈ ਸਕਣ ਇੱਕ ਸਵਰਗੀ ਪਨਾਹਗਾਹ ਤੇ ਇਸ ਦਾ ਸੰਦੇਸ਼ ਸਾਰੀ ਦੁਨੀਆ ਵਿੱਚ ਸਵਰਗੀ ਉੱਚਾ ਪਾਦਰੀ ਅਧਿਆਤਮਿਕ ਇਜ਼ਰਾਈਲ ਤੋਂ ਬਾਹਰ ਮੈਦਾਨ ਵਿੱਚ ਚਲਾ ਜਾਂਦਾ ਹੈ। ਉਹਨਾਂ ਨੂੰ ਕੁਝ ਵੀ ਨਹੀਂ ਰੋਕ ਸਕਦਾ। ਸ਼ੈਤਾਨ ਕਹਿੰਦਾ ਹੈ ਕਿ ਮੈਨੂੰ ਇਹਨਾਂ ਮੁੰਡਿਆਂ ਨੂੰ ਲਗਾਤਾਰ ਰੋਕਣਾ ਚਾਹੀਦਾ ਹੈ ਈਸਾਈ ਤੋਂ, ਤਾਂ ਜੋ ਸ਼ੈਤਾਨ ਪਹਿਲਾਂ ਹੀ ਕਰਦਾ ਹੈ ਹਮਲਾ ਕਰਨ ਲਈ ਸ਼ਾਬਦਿਕ ਇਜ਼ਰਾਈਲ ਨੂੰ ਉਭਾਰਦਾ ਹੈ ਰੂਹਾਨੀ ਇਜ਼ਰਾਈਲ ਅਤੇ ਫਿਰ ਉਹ ਉੱਪਰ ਉੱਠਦਾ ਹੈ। ਰੂਹਾਨੀ ਇਜ਼ਰਾਈਲ ਤੇ ਹਮਲਾ ਕਰਨ ਲਈ ਸ਼ਾਬਦਿਕ ਰੋਮ ਸ਼ੈਤਾਨ ਨੂੰ ਪਤਾ ਲੱਗਦਾ ਹੈ ਕਿ ਉਹ ਹਰ ਵਾਰ ਕ੍ਰਿਸਚਨ ਦੀ ਮੌਤ ਹੁੰਦੀ ਹੈ ਅਤੇ ਉਸਦੇ ਖਿਲਾਫ ਕੰਮ ਕਰ ਰਿਹਾ ਹੈ ਕਿਉਂਕਿ ਉਹਨਾਂ ਦਾ ਖੂਨ ਸਿਰਫ ਬੀਜ ਵਰਗਾ ਹੁੰਦਾ ਹੈ। ਉਹ ਬਾਰ-ਬਾਰ ਮਲਟੀਪਲਾਈ ਹੋ ਜਾਵੇਗਾ, ਗੁਣਾ ਵਧੇਗਾ, ਪਹਿਲਾਂ ਨਾਲੋਂ ਹੋਰ ਵਧੇਰੇ ਦ੍ਰਿੜ ਹੋਵੇਗਾ। ਸ਼ੈਤਾਨ ਕਹਿੰਦਾ ਹੁਣ ਸੱਚਮੁੱਚ ਮੈਨੂੰ ਬਦਲਣਾ ਪਵੇਗਾ ਮੇਰੀ ਰਣਨੀਤੀ ਨੂੰ। ਇਹ ਉਹ ਸਾਨੂੰ ਜਾਣ ਪਛਾਣ ਕਰਵਾਉਂਦਾ ਹੈ 3 ਟਾਈਮਲਾਈਨ ਭਵਿੱਖਬਾਣੀਆਂ ਵਿੱਚੋਂ ਦੂਜੀ ਦਾਨੀਏਲ ਦੀ ਕਿਤਾਬ ਵਿੱਚ ਭਵਿੱਖਬਾਣੀ ਬਾਰੇ 160 ਸਾਲ। ਜਿਵੇਂ ਅਸੀਂ ਇਸ ਭਵਿੱਖਬਾਣੀ ਦਾ ਅਧਿਐਨ ਕਰਦੇ ਹਾਂ, ਇਹ ਬਿਆਨ ਕਰਦਾ ਹੈ ਕਿ ਥੋੜ੍ਹੀ ਜਿਹੀ ਸ਼ਕਤੀ ਵਧੇਰੇ ਜਾਨਵਰਾਂ ਦੀ ਸ਼ਕਤੀ ਨੂੰ ਹਾਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਪਰਮੇਸ਼ਵਰ ਦੇ ਖਾਕੇ ਨੂੰ ਹੇਠਾਂ ਸੁੱਟ ਦਿੱਤਾ ਜਾਂਦਾ ਹੈ। ਕੀ ਹੁੰਦਾ ਹੈ? ਸ਼ੈਤਾਨ ਇਸ ਛੋਟੀ ਜਿਹੀ ਹਾਰਨ ਪਾਵਰ ਦੀ ਵਰਤੋਂ ਇਸ ਤਰ੍ਹਾਂ ਕਰਦਾ ਹੈ ਨਕਲੀ ਅਧਿਆਤਮਿਕ ਸ਼ਕਤੀ ਨੂੰ ਹੇਠਾਂ ਸੁੱਟਣ ਲਈ। ਪਰਮੇਸ਼ਵਰ ਦੀ ਪਨਾਹਗਾਰ ਆਓ ਆਪਣਾ ਖਾਕਾ ਰੱਖਦਾ ਹੈ ਤੇ ਸਕਰੀਨ ਤੇ ਵਾਪਸ ਆਓ। ਤੁਸੀਂ ਸ਼ੈਤਾਨ ਨੂੰ ਦੇਖਦੇ ਹੋ ਕਿ ਉਹ ਨਕਲ ਦਾ ਮਾਲਕ ਹੈ। ਆਪਣੇ ਪ੍ਰਸਿੱਧੀ ਨਾਲ ਉਹ ਜਨਤਾ ਵਿੱਚ ਹੇਰਾਫੇਰੀ ਕਰਦਾ ਹੈ। ਬਦਲਹਾਰ ਲਈ ਹਰ ਦੋਸਤ ਨੂੰ ਯਾਦ ਕਰਦੇ ਹਨ ਹਨੇਰੇ ਯੁੱਗ ਦੌਰਾਨ ਕੀ ਵਾਪਰਿਆ। 1260 ਸਾਲ ਦੀ ਮਿਆਦ ਜਿਸ ਦਾ ਅਸੀਂ ਵਧੀਆ ਅਧਿਐਨ ਕੀਤਾ। ਚਰਚ ਆਫ ਦ ਡਾਰਕ ਏਜਸ ਰੋਮਨ ਕੈਥੋਲਿਕ ਚਰਚ ਨੂੰ ਹੇਠਾਂ ਸੁੱਟ ਦਿੱਤਾ ਗਿਆ। ਪਰਮੇਸ਼ਵਰ ਦੀਆਂ ਸੱਚਾਈਆਂ ਜੋ ਸਿਖਾਈਆਂ ਜਾ ਰਹੀਆਂ ਹਨ। ਪਰਮੇਸ਼ਵਰ ਦੀ ਪਨਾਹਗਾਰ ਦਾ ਮਤਲਬ ਵੇਦੀ ਕੁਰਬਾਨੀ ਦੀ ਜੋ ਮਸੀਹ ਦੀ ਪ੍ਰਤੀਨਿਧਤਾ ਕਰਦੀ ਹੈ। ਕੁਰਬਾਨੀ ਨੂੰ ਹੇਠਾਂ ਸੁੱਟ ਦਿੱਤਾ ਗਿਆ ਸੀ ਅਤੇ ਬਦਲ ਦਿੱਤਾ ਗਿਆ ਇੱਕ ਅਧਿਐਨ ਦੇ ਨਾਲ ਜਿਸ ਨੂੰ ਤਪੱਸਿਆ ਵਾਲੇ ਲੋਕ ਕਿਹਾ ਜਾਂਦਾ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਮਸੀਹ ਦੀ ਕੁਰਬਾਨੀ ਨਹੀਂ ਹੈ ਉਹਨਾਂ ਦੇ ਪਾਪਾਂ ਦਾ ਭੁਗਤਾਨ ਕਰਨ ਲਈ ਕਾਫੀ, ਤਾਂ ਜੋ ਤੁਹਾਨੂੰ ਲਾਜ਼ਮੀ ਤੌਰ ਤੇ ਤਪੱਸਿਆ ਦਾ ਭੁਗਤਾਨ ਕਰਨਾ ਚਾਹੀਦਾ ਹੈ ਜਿਸ ਦੀ ਪ੍ਰਭਾਵਸ਼ੀਲਤਾ ਮਸੀਹ ਦੀ ਕੁਰਬਾਨੀ ਦਾ ਦੁੱਖ ਹੈ। ਉਹ ਹੇਠਾਂ ਸੁੱਟ ਦਿੱਤਾ ਗਿਆ ਤੇ ਇੱਕ ਨਕਲੀ ਸਿੱਖਿਆ ਉਹਨਾਂ ਨੂੰ ਸਿਖਾਈ ਗਈ। ਹੁਣ ਇਸ ਦੀ ਥਾਂ ਤੇ ਲੇਵਰ ਬਾਰੇ ਕੀ ਹੈ ਜੋ ਬਪਤਿਸਮਾ ਚਰਚ ਦੀ ਪ੍ਰਤੀਨਿਧਤਾ ਕਰਦਾ ਹੈ। ਡਾਰਕ ਏਜਸ ਦੇ ਵਿੱਚ ਇਹ ਜਾਣਨ ਵਾਲਾ ਹੈ ਬਦਲਵੇਂ ਬਾਲ ਛਿੜਕਾਓ ਵਿਸਰਜਨ ਦੁਆਰਾ ਅਸਲੀ ਬਪਤਿਸਮੇ ਦੀ ਥਾਂ ਜੋ ਕਿ ਇੱਕ ਬਾਲੀਆ ਬਿਆਨ ਦੀ ਮੰਗ ਕਰਦਾ ਹੈ। ਦਿਲੋਂ ਪਛਤਾਵਾ ਕਰਨ ਦਾ ਨਹੀਂ ਕਰਨਾ ਉਹ ਅਜਿਹੇ ਕਿ ਉਹ ਅੰਦਰ ਚਲੇ ਗਏ
ਸ਼ੋ ਬ੍ਰੈਡ ਦੀ ਮੇਜ਼ ਉੱਤੇ ਪਵਿੱਤਰ ਸਥਾਨ ਜੋ ਪਰਮੇਸ਼ਰ ਦੇ ਵਚਨ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਕੋਸ਼ਿਸ਼ ਕੀਤਾ ਗਿਆ ਕਿ ਤੁਸੀਂ ਵਚਨ ਨਹੀਂ ਸਮਝ ਸਕਦੇ, ਆਪਣੇ ਲਈ ਪਰਮੇਸ਼ਰ ਦਾ ਕੇਵਲ ਪੁਜਾਰੀ ਹੀ ਉਹ ਕਰ ਸਕਦਾ ਹੈ। ਇਸ ਨੂੰ ਇਸ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾਣਾ, ਇਸ ਨੂੰ ਉਤਸ਼ਾਹਿਤ ਕੀਤਾ ਜਾਣਾ ਕਿ ਪਰੰਪਰਾਵਾਂ ਚਰਚ ਦੇ ਵਿੱਚ ਜ਼ਿਆਦਾ ਮਹੱਤਵਪੂਰਨ ਹਨ ਵਚਨ ਤੇ ਨਾਲੋਂ। ਪਰਮੇਸ਼ਵਰ ਨੇ ਉਹਨਾਂ ਨਾਲ ਸਿਰਫ ਇਤਿਹਾਸ ਕੀਤਾ, ਪਰ ਉਹ ਵੇਦੀ ਵਿੱਚ ਪਹੁੰਚ ਗਏ, ਧੂਪ ਦੀ ਜੋ ਪ੍ਰਾਰਥਨਾ ਦੀ ਪ੍ਰਤੀਨਿਧਤਾ ਕਰਦੇ ਸੀ, ਦਾਅਵਾ ਕੀਤਾ ਕਿ ਤੁਸੀਂ ਸਿੱਧੇ ਪਰਮੇਸ਼ਵਰ ਨੂੰ ਪ੍ਰਾਰਥਨਾ ਨਹੀਂ ਕਰ ਸਕਦੇ, ਤੁਹਾਨੂੰ ਅਸਲ ਵਿੱਚ ਇੱਕ ਪਾਦਰੀ ਚਾਹੀਦਾ ਹੈ ਜੋ ਕਿ ਇਸ ਸਥਿਤੀ ਵਿੱਚ ਤੁਹਾਨੂੰ ਨਿਕਾਲ ਕੇ ਲੈ ਕੇ ਜਾਵੇਗਾ। ਉਹਨਾਂ ਨੇ ਆਪਣੇ ਦੋ ਵੀ ਬਣਾਏ, ਕੰਪਾਰਟਮੈਂਟ ਰੂਮ ਇੱਕ ਪਰਦੇ ਨਾਲ ਵੰਡਿਆ ਗਿਆ, ਪਰਮੇਸ਼ਵਰ ਦੀ ਥਾਂ ਤੇ ਬੈਠੇ ਆਦਮੀ ਨਾਲ ਹੋਰ ਆਦਮੀਆਂ ਦੇ ਇਕਬਾਲੀ ਬਿਆਨ ਸੁਣਨਾ। ਇਹ ਪਰਮੇਸ਼ਵਰ ਨੇ ਸਭ ਤੋਂ ਪਵਿੱਤਰ ਸਥਾਨ ਦੀ ਉਸਨੇ ਨਕਲ ਕੀਤੀ। ਦੋਸਤੋ, ਇਹ ਨਕਲੀ ਸਿੱਖਿਆਵਾਂ ਰੱਖੀਆਂ ਗਈਆਂ। ਇਸ ਤਰ੍ਹਾਂ ਚਰਚ ਤੋਂ ਬਾਹਰੀ ਰੋਸ਼ਨੀ ਹਨੇਰੇ ਯੁੱਗ ਨੂੰ ਬਣਾਉਣਾ ਆਖਰਕਾਰ ਰੋਮਨ ਕੈਥੋਲਿਕ ਚਰਚ ਦੇ ਵਿੱਚ ਚਲੇ ਗਈਆਂ। ਸਭ ਤੋਂ ਪਵਿੱਤਰ ਸਥਾਨ ਉਹਨਾਂ ਨੇ ਲੈ ਆਉਂਦਾ ਪਰਮੇਸ਼ਵਰ ਦਾ ਕਾਨੂੰਨ, ਉਸਦੇ 10 ਹੁਕਮ, ਅਤੇ ਬਸ ਉਹਨਾਂ ਨਾਲ ਗੜਬੜ ਕੀਤੀ। ਬਹੁਤ ਸਮਾਂ ਬਿਤਾਇਆ ਇਹਨਾਂ ਵੇਰਵਿਆਂ ਨੂੰ ਇਕੱਠੇ ਦੇਖਣਾ, ਤੇ ਉਹਨਾਂ ਨੇ ਚੌਥਾ ਹੁਕਮ 7ਵੇਂ ਦਿਨ ਦਾ ਜੋ ਕਿ ਸੀ ਸਬਤ ਨੂੰ ਮੰਨਣਾ, ਇਸ ਨੂੰ ਹੇਠਾਂ ਸੁੱਟ ਦਿੱਤਾ। ਇਸ ਦੀ ਥਾਂ ਪਹਿਲੇ ਦਿਨ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪਰਮੇਸ਼ਵਰ ਦੇ ਵਚਨ ਨਾਲ ਗੜਬੜ ਕਰਨ ਦਾ ਉਹਨਾਂ ਦਾ ਦ੍ਰਿੜ ਸੰਕਲਪ ਸੀ। GPS ਇਹ ਚਾਹੁੰਦਾ ਸੀ ਕਿ ਤੁਸੀਂ ਗਵਾਚ ਜਾਓ, ਕਿ ਤੁਸੀਂ ਨਿਰਾਸ਼ ਹੋਵੋਗੇ ਕਿ ਪਰਮੇਸ਼ਵਰ ਕੀ ਕਰਨ ਜਾ ਰਿਹਾ ਹੈ। ਹੁਣ ਠੀਕ ਹੈ, ਇੱਕ ਹੋਰ ਭਵਿੱਖਬਾਣੀ ਸੀ 2300 ਸਾਲ ਦੀ ਭਵਿੱਖਬਾਣੀ, ਅਤੇ ਇਸ ਨੂੰ ਕਿਹਾ ਜਾਂਦਾ ਹੈ ਭਵਿੱਖਬਾਣੀਆਂ ਦੇ ਅੰਤ ਵਿੱਚ 2300 ਸਾਲ ਜੋ ਕਿ 1844 ਵਿੱਚ ਖਤਮ ਹੋ ਜਾਣਗੇ। ਦੋਸਤੋ, ਇੱਕ ਡੂੰਘਾ ਅਧਿਐਨ ਸੀ ਜੋ ਮੈਂ ਇੱਥੇ ਤੁਹਾਡੇ ਪੇਸ਼ਕਸ਼ ਕਰ ਰਹੀ ਹਾਂ। ਸਾਡੇ ਬਾਈਬਲ ਇੰਸਟਰਕਟਰਾਂ ਤੋਂ ਤੁਸੀਂ ਪੁੱਛ ਸਕਦੇ ਹੋ ਇਸ ਬਾਰੇ, ਪਰ ਮੈਂ ਇਹ ਨੁਕਤਾ ਦੱਸਣ ਲਈ ਮੈਨੂੰ ਲੋੜ ਹੈ। ਇਹ 2300 ਸਾਲਾਂ ਦਾ ਸਮੇਂ ਮਿਆਦ ਵਿੱਚ ਪਨਾਹਗਾਰ ਨੂੰ ਸਾਫ਼ ਕੀਤਾ ਜਾਵੇਗਾ ਤਾਂ ਜੋ ਮੁੜ ਬਹਾਲ ਕੀਤਾ ਜਾਵੇ। ਤੁਸੀਂ ਦਾਨੀਏਲ 8 ਤੋਂ ਲੈ ਕੇ 14 ਨੂੰ ਦੇਖਦੇ ਹੋ, ਇਹ ਹੋਵੇਗਾ ਇਸ ਦੇ ਸਹੀ ਰਾਜ ਵਿੱਚ ਵਾਪਸ ਬਹਾਲ ਕੀਤਾ ਜਾਵੇਗਾ ਪਰਮੇਸ਼ਵਰ ਦੇ ਤਰੀਕੇ ਲਈ। ਇਸ ਲਈ ਤੁਸੀਂ ਉਸ ਨੂੰ ਦੇਖਣਾ ਚਾਹੋਗੇ ਕਿ ਸਾਡਾ ਪਰਮੇਸ਼ਵਰ ਇੱਕ ਮਿਆਦ ਦੌਰਾਨ ਕਰਨਾ ਸ਼ੁਰੂ ਕਰਦਾ ਹੈ। 500 ਸਾਲ ਉਹ ਹਰ ਨੂੰ ਬਹਾਲ ਕਰਨਾ ਚਾਹੁੰਦਾ ਹੈ, ਉਹ ਸੱਚਾਈ ਜੋ ਦੌਰਾਨ ਸੁੱਟੀ ਗਈ ਸੀ, ਹਨੇਰੀ ਉਮਰ। ਆਓ ਆਪਣੇ ਆਖਰੀ ਪਾਸੇ ਵਾਪਸ ਜਾਈਏ। ਬਲੂਪ੍ਰਿੰਟ ਸਲਾਈਡ ਜੋ ਸੱਚਾਈ ਨੂੰ ਦਰਸਾਉਂਦੀ ਹੈ ਸਾਡੇ ਪਰਮੇਸ਼ਵਰ ਦੀ ਗੱਲ ਨੂੰ ਨੇੜਿਓਂ ਦੇਖਣ ਦੇ ਲਈ, ਕਿ ਯਹੂਨਾ ਦੇ ਨਾਮ ਨਾਲ ਕੋਈ ਵਿਅਕਤੀ ਆਦਮੀ ਸੀ ਜੋ ਵਾਈਕਲਿਫ ਜੋ ਧਰਤੀ ਤੇ ਆਉਂਦਾ ਹੈ, ਜਿਸ ਨੂੰ ਦੇਖਿਆ ਜਾਂਦਾ ਹੈ 1300ਵੀਂ ਵਿੱਚ। ਪਰਮੇਸ਼ਵਰ ਕੋਲ ਵਾਈਕਲਿਫ ਕੀ ਕਰਦਾ ਹੈ, ਉਹ ਬਾਈਬਲ ਦਾ ਅਨੁਵਾਦ ਕਰਦਾ ਹੈ ਤਾਂ ਜੋ ਹਰ ਲੋਕਾਂ ਦੀ ਭਾਸ਼ਾ ਦੇ ਵਿੱਚ ਸ਼ੋ ਬ੍ਰੈਡ ਦੀ ਮੇਜ਼ ਨੂੰ ਬਹਾਲ ਕੀਤਾ ਜਾਵੇ। ਸਾਡੇ ਵਿੱਚੋਂ ਹਰੇਕ ਕੋਲ ਪੜ੍ਹਨ ਲਈ ਬਾਈਬਲ ਕਿਉਂ ਹੈ? ਜੇ ਮੈਂ ਹੁੰਦੀ ਤਾਂ ਅੱਜ ਮੈਂ ਆਪਣੀ ਭਾਸ਼ਾ ਵਿੱਚ ਦੋਸਤੋ 1300ਵੀਂ ਵਿੱਚ ਰਹਿਣਾ ਮੈਂ ਹੁੰਦਾ, ਮੈਂ ਚਾਰੇ ਪਾਸੇ ਵਾਈਕਲਿਫ ਦਾ ਅਨੁਸਰਨ ਕਰਨਾ। 1400 ਵਿੱਚ ਤੁਸੀਂ ਦੇਖੋਗੇ ਮਾਰਟਿਨ ਦੇ ਨਾਮ ਦਾ ਇੱਕ ਆਦਮੀ ਆਇਆ, ਮਾਰਟਿਨ ਲੂਥਰ, ਜਿਸ ਦਾ ਜਨਮ ਪਰਮੇਸ਼ਵਰ ਦੇ ਆਦਮੀ ਦਾ ਮਾਰਟਿਨ ਆਦਮੀ ਸੀ। ਲੂਥਰ ਪ੍ਰੋਟੈਸਟੈਂਟ ਸੁਧਾਰ ਦੀ ਇੱਕ ਸ਼ੁਰੂਆਤ ਕਰਦਾ ਹੈ। 1500ਵੀਂ ਈਸਵੀ ਵਿੱਚ ਉਸ ਰਾਹੀਂ ਪਰਮੇਸ਼ਵਰ ਸੱਚਾਈ ਨੂੰ ਬਹਾਲ ਕਰਦਾ ਹੈ ਕਿ ਮਸੀਹ ਯੀਸ਼ੂ ਕ੍ਰਾਸ ਤੇ ਕੁਰਬਾਨੀ ਦਿੰਦਾ ਹੈ, ਜੋ ਭੁਗਤਾਨ ਸਾਡੇ ਪਾਪਾਂ ਦੇ ਲਈ ਕਰਦਾ ਹੈ, ਨਾ ਕਿ ਸਾਡੀ ਤਪੱਸਿਆ ਉਹਨਾਂ ਲਈ ਕਾਫੀ ਹੈ। ਉਸ ਸਮੇਂ ਵਿੱਚ ਰਹਿਣਾ ਮੈਂ ਜਾਣਦੀ ਹਾਂ ਕਿ ਜੇ ਮੈਂ ਹੁੰਦੀ ਲੂਥਰਨ ਲਈ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦੀ। ਅਸੀਂ ਫਿਰ ਮੂਵਮੈਂਟ ਐਮਨ 1500ਵੀਂ ਵਿੱਚ ਜੌਨ ਕੈਲਵਿਨ, ਜਿਸ ਨੂੰ ਇੰਗਲਿਸ਼ 'ਚ ਬੋਲਿਆ ਜਾਂਦਾ ਹੈ, ਦਾ ਇੱਕ ਆਦਮੀ ਸੀ। ਉਹ ਘਟਨਾ ਸਥਾਨ ਤੇ ਆਉਂਦਾ ਹੈ ਜੋ ਸੰਸਥਾਪਕ ਸੀ। ਪ੍ਰੈਸਬਿਟੇਰੀਅਨ ਲਹਿਰ ਜੌਨ ਕੈਲਵਿਨ ਵੱਲੋਂ ਇੱਕ ਸੀ। ਪ੍ਰਾਰਥਨਾ ਲਈ ਵਿਸ਼ੇਸ਼ ਬੋਝ ਉਸਨੇ ਕਿਹਾ ਕਿ ਅਸੀਂ ਸਿੱਧੇ ਪਰਮੇਸ਼ਵਰ ਦੇ ਗੱਦੀ ਤੇ ਜਾ ਸਕਦੇ ਹਾਂ ਆਪਣੇ ਲਈ, ਅਤੇ ਜੌਨ ਕੈਲਵਿਨ ਪ੍ਰਭਾਵਸ਼ਾਲੀ ਢੰਗ ਦੇ ਨਾਲ ਵੇਦੀ ਨੂੰ ਮੁੜ ਬਹਾਲ ਕਰਦਾ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਸ ਸਮੇਂ ਦੌਰਾਨ ਮੈਂ ਕਰਾਂਗੀ, ਤੁਸੀਂ ਦੇਖ ਸਕਦੇ ਹੋ ਕਿ ਪ੍ਰੈਸਬਿਟੇਰੀਅਨ ਕਹਿ ਰਿਹਾ ਹੈ ਉਹ ਦੋਸਤ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਲੋਕ ਜਾਰੀ ਰੱਖਦੇ ਹਨ। ਕਿਸੇ ਵੀ ਨਵੀਂ ਸੱਚਾਈ ਜਾਂ ਨਵੀਂ ਰੋਸ਼ਨੀ ਨੂੰ ਸਵੀਕਾਰ ਕਰੋ ਜੋ ਪਰਮੇਸ਼ਵਰ ਉਹਨਾਂ ਨੂੰ ਸ਼ਾਨਦਾਰ ਤਰੀਕੇ ਨਾਲ ਦੱਸਦਾ ਹੈ। 1600 ਦੇ ਦਹਾਕੇ ਵਿੱਚ ਜੌਨ ਸਮਿਥ ਨਾਂ ਦਾ ਇੱਕ ਆਦਮੀ ਸੀ। ਆਪਣੀ ਬਾਈਬਲ ਦਾ ਅਧਿਐਨ ਕਰਨ ਤੇ ਉਸਨੇ ਕਿਹਾ ਕਿ ਇੰਤਜ਼ਾਰ ਕਰੋ ਇੱਕ ਮਿੰਟ, ਤੁਸੀਂ ਬੱਚੇ ਦੁਆਰਾ ਬੈਪਟਾਈਜ਼ ਨਹੀਂ ਹੋ ਜਾ ਸਕਦੇ। ਬਾਈਬਲ ਛਿੜਕਣ ਨਾਲ ਸਪਸ਼ਟ ਤੌਰ ਤੇ ਤੁਸੀਂ ਕੀ ਕਹਿੰਦੇ ਹੋ? ਇਹ ਬਪਤਿਸਮਾ ਨਹੀਂ ਹੈ, ਪੂਰੀ ਤਰ੍ਹਾਂ ਡੁੱਬ ਜਾਣਾ ਲੈਣ ਤੋਂ ਹੀ ਬਪਤਿਸਮਾ ਹੁੰਦਾ ਹੈ, ਅਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਪਾਪਾਂ ਤੋਂ ਪਛਤਾਵਾ ਕਰੋ। ਇਸ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਬਹਾਲ ਕੀਤਾ ਗਿਆ ਅਤੇ ਲੈਵਰ ਆਫ ਬਪਟਿਸਟ ਦਾ ਸੰਸਥਾਪਕ ਬਣ ਗਿਆ ਅੰਦੋਲਨ ਦੇ ਤੌਰ ਤੇ। ਦੋਸਤੋ, ਜੇ ਮੈਂ ਅੰਦਰ ਰਹਿ ਰਹੀ ਸੀ 1600 ਦੇ ਦਹਾਕੇ ਵਿੱਚ, ਮੈਂ ਨਿਸ਼ਚਿਤ ਤੌਰ ਤੇ ਇੱਕ ਹੁੰਦੀ ਕਿ 1700 ਦੇ ਦਹਾਕੇ ਵਿੱਚ ਬੈਪਟਿਸਟ ਇੱਕ ਆਦਮੀ ਨਾਮ ਨਾਲ ਜੌਨ ਵੈਸਲੀ ਦਾ ਦ੍ਰਿਸ਼ ਅਤੇ ਯੋਹਨ ਦਾਖਲ ਹੁੰਦਾ ਹੈ।
ਵੈਸਲੀ ਮੈਥੋਡਿਸਟ ਦਾ ਸੰਸਥਾਪਕ ਹੈ। ਅੰਦੋਲਨ ਉਸ ਕੋਲ ਇਸ ਲਈ ਸੀ ਕਿ ਇੱਕ ਵਿਸ਼ੇਸ਼ ਬੋਧ ਸੀ, ਸ਼ੁਭ ਸਮਾਚਾਰ ਸਮੁੱਚੇ ਦੇ ਵਿੱਚੋਂ ਬਾਹਰ ਨਿਕਲ ਰਿਹਾ ਹੈ। ਉਸ ਰਾਹੀਂ ਸੰਸਾਰ ਦੇ ਵਿੱਚ ਪਰਮੇਸ਼ਵਰ ਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੱਚ ਸ਼ਕਾ ਮੋਮਬੱਤੀ ਨੂੰ ਮੁੜ ਬਹਾਲ ਕਰਦਾ ਹੈ। ਜੇ ਮੈਂ ਜੀ ਰਹੀ ਹੁੰਦੀ ਉਸ ਟਾਈਮ ਤਾਂ ਆਪਣੀ ਰੋਸ਼ਨੀ ਨੂੰ ਇੰਨਾ ਚਮਕਣ ਦਿੰਦੀ। 1700 ਵਿੱਚ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਇੱਕ ਹੁੰਦੀ ਕਿ ਮੈਥੋਡਿਸਟ ਦੋਸਤ ਇੱਕ ਹੋਰ ਲੇਖ ਫਰਨੀਚਰ ਨੂੰ ਮੁੜ ਬਹਾਲ ਕਰਨ ਲਈ ਛੱਡ ਦਿੱਤਾ ਗਿਆ। ਪਰਮੇਸ਼ਵਰ ਕਿਸੇ ਅੰਦੋਲਨ ਨੂੰ ਬੁਲਾਏਗਾ ਅੰਤਿਮ ਟੁਕੜੇ ਨੂੰ ਬਹਾਲ ਕਰਨ ਲਈ। 1800 ਦੇ ਦਹਾਕੇ ਵਿੱਚ ਸੱਚਾਈ ਨੂੰ ਗੁੰਮ ਕਰਨ ਦੀ ਗੱਲ ਇਹ ਹੈ ਕਿ ਕਿਹੜੀ ਲਹਿਰ ਮੁੜ ਬਹਾਲ ਕਰਦੀ ਹੈ। ਇਕਰਾਰਨਾਮੇ ਦੀ ਬੇੜੀ 7ਵੇਂ ਦਿਨ ਆਗਮ ਵਾਦਾ ਸੁੱਖਾਂ ਨੂੰ ਬਹਾਲ ਕਰਦਾ ਹੈ। ਇਕਰਾਰਨਾਮੇ ਦੀ ਬੇੜੀ ਦੇ ਅੰਦਰ ਪਾਇਆ ਗਿਆ ਜਿਸ ਵਿੱਚ ਚੌਥਾ ਹੁਕਮ ਵੀ ਸ਼ਾਮਿਲ ਹੈ। ਇਸ ਨੂੰ ਪਵਿੱਤਰ ਰੱਖਣ ਲਈ ਸਬਤ ਦਾ ਦਿਨ ਯਾਦ ਰੱਖੋ। ਪਰਮੇਸ਼ਵਰ ਦਾ ਚੁਣਿਆ ਹੋਇਆ ਦਿਨ ਸਾਡੀ ਸਬਤ ਲਈ ਸਾਡੀ ਮੋਹਰ ਹੈ। ਅਸੀਂ ਇਸ ਦੋਸਤਾਂ ਦਾ ਅਧਿਐਨ ਕਰਦੇ ਹਾਂ। ਇਹ ਤੁਹਾਡੇ ਅਤੇ ਆਪਣੀ ਉਸ ਦੀ ਨਿਸ਼ਾਨੀ ਇਸ ਨੂੰ ਵੇਖਦੇ ਹਾਂ ਕਿ ਪਰਮੇਸ਼ਵਰ ਵਿੱਚ ਪ੍ਰਮਾਣਿਕ ਪਰਮੇਸ਼ਵਰ ਨੂੰ ਸੀਲ ਕਰੋ। ਉਹਨਾਂ ਦੀ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਸੀਲ ਕਰੋ ਜਿਵੇਂ ਕਿ ਉਹ ਚਾਹੁੰਦਾ ਹੈ ਕਿ ਤੁਸੀਂ ਉਸਦੀ ਬਾਈਬਲ ਦੀ ਸੱਚਾਈ ਨੂੰ ਜਾਣੋ। ਅਸੀਂ ਬਾਈਬਲ ਵਿੱਚ ਖੁਲਾਸਾ 7 ਵਿੱਚ ਦੇਖਦੇ ਹਾਂ ਸਾਡੇ ਕੋਲ ਰਹਿਤ ਦੀ ਇੱਕ ਮੋਹਰ ਹੁੰਦੀ ਹੈ। ਪਰਮੇਸ਼ਵਰ ਇਸ ਨੂੰ ਅੰਤ ਦੇ ਸਮੇਂ ਤੱਕ ਬਣਾਉਣ ਲਈ ਸਾਨੂੰ ਲਾਜ਼ਮੀ ਤੌਰ ਤੇ ਰੱਖਣਾ ਚਾਹੁੰਦਾ ਹੈ। ਸਾਡੇ ਅਧਿਐਨ ਕੀਤੇ ਸਵਰਗ ਦੋਸਤਾਂ ਲਈ ਸੀਲ ਕੀਤਾ ਜਾਵੇਗਾ। ਪ੍ਰਕਾਸ਼ ਵਿੱਚ ਪਹਿਲਾ ਫਰਿਸ਼ਤਾ ਕਿਵੇਂ 14 ਸ਼ੁਭ ਸਮਾਚਾਰ ਨੂੰ ਪੂਰੀ ਦੁਨੀਆ ਵਿੱਚ ਲੈ ਜਾਂਦਾ ਹੈ। ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਹਨੇਰੇ ਯੁੱਗ ਦੌਰਾਨ ਕਿਉਂਕਿ ਪਰਮੇਸ਼ਵਰ ਦੀ ਸੱਚਾਈਆਂ ਖੋਹ ਲਈਆਂ ਗਈਆਂ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਪਰ ਹੇਠਾਂ ਲੋਕਾਂ ਤੇ ਖੋਹ ਲਿੱਤਾ ਜਾਣਾ ਹੈ। 1844 ਸੱਚ ਦੇ ਸਾਰੇ ਲੇਖ ਸਨ ਪਰਮੇਸ਼ਵਰ ਦੁਆਰਾ ਮੁੜ ਬਹਾਲ ਕੀਤਾ ਜਾਣਾ ਤਾਂ ਜੋ ਕੌਣ ਹਨ 7ਵੇਂ ਦਿਨ ਦੇ ਐਡਵੈਂਟਿਸਟ ਸਾਡੀ ਵਿਰਾਸਤ ਹੈ। ਲੂਥਰਨ ਬੈਪਟਿਸਟ ਮੈਥੋਡਿਸਟ ਪ੍ਰੈਸਬਿਟੇਰੀਅਨ ਅਸੀਂ ਇਹ ਸਭ ਬਹਾਲ ਕਰਦੇ ਹਾਂ। ਪਰਮੇਸ਼ਵਰ ਦੁਆਰਾ ਸੱਚਾਈਆਂ ਇਸ ਵਿੱਚ ਉਹਨਾਂ ਦਾ ਖਾਕਾ ਪੂਰੀ ਤਰ੍ਹਾਂ ਉਸਨੂੰ ਟਾਈਮਲਾਈਨ ਤੋਂ ਹੇਠਾਂ ਲੈ ਕੇ ਜਾਣਾ। 1988 ਵਿੱਚ ਧਰਤੀ ਦੇ ਇਤਿਹਾਸ ਵਿੱਚੋਂ ਇੱਕ ਹੈ ਫੁੱਟਬਾਲ ਗੇਮ ਕੈਲ ਸਟੇਟ ਬਨਾਮ ਸਟੈਨਫੋਰਡ ਇਹ ਨਾਟਕ ਨੂੰ ਬੁਲਾਇਆ ਗਿਆ ਜਿੱਥੇ 4 ਸਨ ਘੜੀ ਦੇ ਬੱਚੇ ਸਕਿਨ ਕੋਲ ਸਟੇਟ ਸਨ। ਇੱਕ ਬਿੰਦੂ ਤੇ ਬੈਂਡ ਪਹਿਲਾਂ ਹੀ ਸੀ। ਸਟੈਨਫੋਰਡ ਨੂੰ ਮਨਾਉਣ ਲਈ ਸਭ ਕੁਝ ਮਨਾਉਣਾ ਸ਼ੁਰੂ ਕਰ ਦਿੱਤਾ ਕਿ ਗੇਂਦ ਨੂੰ ਕਿੱਕ ਮਾਰਨਾ ਸੀ ਜੋ ਉਹਨਾਂ ਨੇ ਸੋਚਿਆ ਸੀ। ਖੇਡ ਖਤਮ ਹੋ ਗਈ। ਮੇਰਾ ਮਤਲਬ ਇਹ ਹੈ ਕਿ ਦੂਜੀ ਟੀਮ ਦੇ ਵਾਪਸ ਆਉਣ ਦੀਆਂ ਔਕੜਾਂ ਗੇਂਦ ਤੇ ਖਤਮ ਹੋ ਗਈਆਂ ਤੇ ਜਿੱਤ ਉਹਨਾਂ ਨੂੰ ਹੋ ਗਈ ਕਿਉਂਕਿ ਉਹ ਗੇਂਦ ਨੂੰ ਕਿੱਕ ਮਾਰਦੇ ਹਨ ਹੇਠਾਂ ਸੁੱਟਦੇ ਹਨ। ਗੇਂਦ ਨੂੰ ਫੀਲਡ ਕਰਨ ਲਈ ਕੈਲ ਸਟੇਟ ਨੂੰ ਪ੍ਰਾਪਤ ਹੁੰਦਾ ਹੈ ਗੇਂਦ ਅਤੇ ਉਹ ਪਹਿਲੇ ਵਜੋਂ ਦੌੜਨਾ ਸ਼ੁਰੂ ਕਰਦੇ ਹਨ। ਮੁੰਡਾ ਦੌੜਨਾ ਸ਼ੁਰੂ ਕਰਦਾ ਹੈ ਕੋਈ ਉਸ ਨਾਲ ਨਜਿੱਠਦਾ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਜ਼ਮੀਨ ਤੇ ਟਕਰਾਉਂਦਾ ਹੈ ਉਹ ਸੁੱਟਦਾ ਹੈ ਦੂਜੇ ਪਾਸੇ ਆਪਣੇ ਸਾਥੀ ਨੂੰ ਗੇਂਦ। ਫੀਲਡ ਦਾ ਪਾਸਾ ਬੈਂਡ ਪਹਿਲਾਂ ਹੀ ਹੈ। ਜਸ਼ਨ ਵਿੱਚ ਮਾਰਚ ਕਾਰਨ ਲੋਕ ਚੱਲ ਰਹੇ ਸਨ। ਉਹਨਾਂ ਦੇ ਪੈਰ ਚੀਕਦੇ ਹੋਏ ਦੂਜੇ ਮੁੰਡੇ ਨੂੰ ਗੇਂਦ ਮਿਲਦੀ ਹੈ ਅਤੇ ਟਿੱਪਣੀਕਾਰਾਂ ਨੂੰ ਚਲਾਉਣਾ ਸ਼ੁਰੂ ਕਰਦਾ ਹੈ। ਉਤਸ਼ਾਹਿਤ ਹੋਣਾ ਅਤੇ ਉਹ ਪਾਲਣ ਪੋਸ਼ਣ ਕਰਦੇ ਹਨ ਉਹਨਾਂ ਦੀਆਂ ਆਵਾਜ਼ਾਂ ਕਿਉਂਕਿ ਦੂਜਾ ਮੁੰਡਾ ਪ੍ਰਾਪਤ ਕਰਦਾ ਹੈ ਨਜਿੱਠਿਆ ਗਿਆ। ਪਰ ਇਸ ਤੋਂ ਪਹਿਲਾਂ ਕਿ ਉਹ ਜ਼ਮੀਨ ਤੇ ਮਾਰਦਾ ਹੈ ਤੀਜੇ ਮੁੰਡੇ ਤੋਂ ਗੇਂਦ ਨੂੰ ਪਾਸ ਕਰਦਾ ਹੈ। ਉਹ ਚੀਜ਼ ਉਹ ਚੌਥੇ ਮੁੰਡੇ ਇੱਕੋ ਜਿਹੀ ਹੈ। ਪੰਜਵਾਂ ਮੁੰਡਾ ਉਹੀ ਛੇਵੇਂ ਨੂੰ ਕਰਦਾ ਹੈ। ਛੇਵਾਂ ਮੁੰਡਾ ਗੇਂਦ ਨੂੰ ਫੜਦਾ ਹੈ ਅਤੇ ਚੀਕਦਾ ਹੋਇਆ ਉਹਨਾਂ ਦੇ ਪੈਰ ਤੇ ਜਾਂਦਾ ਹੈ। ਉਹ ਛੇਵਾਂ ਮੁੰਡਾ ਅੰਤ ਦੇ ਜ਼ੋਨ ਵਿੱਚ ਦੌੜਦਾ ਹੈ। ਮੇਰੀ ਗੱਲ ਸੁਣੋ ਦੋਸਤ ਡੈਵਲਿਸ ਬੈਂਡ ਮੈਦਾਨ ਤੇ ਹੈ। ਇਸ ਸਮੇਂ ਉਹ ਸੋਚਦੇ ਹਨ ਕਿ ਖੇਡ ਖਤਮ ਹੋ ਗਈ। ਉਹ ਸੋਚਦੇ ਹਨ ਕਿ ਅਸੀਂ ਹੁਕਮ ਰੱਖਦੇ ਹਾਂ। ਈਸਾਈ ਜੋ ਬਾਈਬਲ ਤੇ ਵਿਸ਼ਵਾਸ ਰੱਖਦੇ ਹਨ ਪਰ ਪੂਰੀ ਤਰ੍ਹਾਂ 7ਵੇਂ ਦਿਨ ਦੇ ਐਡਵੈਂਟਿਸਟ ਇੱਕ ਹਨ। ਕੁੱਟੇ ਗਏ ਉਹ ਲੋਕ ਦੋਸਤ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਅਜਿਹਾ ਕਰੀਏ। ਖੇਡ ਨੂੰ ਖਤਮ ਕਰੋ। ਆਓ ਅਸੀਂ ਇਸ ਨੂੰ ਲਪੇਟੀਏ ਤੇ ਜਾਈਏ। ਘਰ ਵਿੱਚ ਘੜੀ ਤੇ ਕੋਈ ਸਮਾਂ ਨਹੀਂ ਬਚਿਆ। 1844 ਆਖਰੀ ਵਾਰ ਭਵਿੱਖਬਾਣੀ ਸੀ। ਬਾਈਬਲ ਦੋਸਤ ਇਸ ਦਾ ਅਧਿਐਨ ਕਰਦੇ ਹਨ। ਆਪਣੇ ਮਨਾਂ ਵਿੱਚ ਮੈਂ ਦੂਤਾਂ ਨੂੰ ਦੇਖਿਆ ਹੈ। ਉਹਨਾਂ ਦੇ ਪੈਰ ਉਹਨਾਂ ਦੇ ਖੰਭ ਕਿਹੋ ਜਿਹੇ ਹਨ। ਸਾਡੇ ਲਈ ਖੁਸ਼ੀ ਨੂੰ ਅੰਦਰ ਲੈ ਕੇ ਆਓ। ਅੰਤ ਦਾ ਸਮਾਂ ਅਤੇ ਅੰਤ ਜ਼ੋਨ ਅਤੇ ਪਰਮੇਸ਼ਵਰ ਤੋਂ ਅਸੀਂ ਪਹਿਲਾਂ ਮੈਦਾਨ ਤੋਂ ਹੇਠਾਂ ਜਾਂਦੇ ਹਨ। ਦੂਤ ਦੂਜੇ ਦੋਸਤਾਂ ਤੇ ਦੂਤਾਂ ਨੂੰ ਸੰਦੇਸ਼ ਦੇ ਨਾਲ ਸੰਦੇਸ਼ ਦਿੰਦੇ ਹਨ। ਤੀਜਾ ਦੂਤ ਸੁਨੇਹੇ ਕਰਦਾ ਹੈ ਅਤੇ ਇਹ ਸਭ ਉਹਨਾਂ ਦਾ ਹੈ। ਦੋਸਤੋ ਤੀਜਾ ਫਰਿਸ਼ਤੇ ਦਾ ਸੰਦੇਸ਼ ਹੈ। ਨੂਹ ਦੇ ਸੰਦੇਸ਼ ਤੋਂ ਕੁਝ ਵੱਧ ਕੁਝ ਨਹੀਂ। ਬਾਈਬਲ ਦੀ ਬੇੜੀ ਵਿੱਚ ਜਾਓ ਸੱਚ ਅੰਦਰ ਆ ਜਾਵੇਗਾ। ਬਹੁਤ ਦੇਰ ਹੋਣ ਤੋਂ ਪਹਿਲਾਂ ਬੇੜੀ ਕਿਉਂਕਿ ਬੇੜੀ ਦੇ ਅੰਦਰ ਪਰਮੇਸ਼ਵਰ ਦੀ ਇੱਕ ਮੋਹਰ ਮਿਲੀ ਹੈ। ਬਾਈਬਲ ਕਹਿੰਦੀ ਹੈ ਉਹ ਲੋਕ ਜੋ ਬਾਹਰ ਹਨ ਬੇੜੀ ਨੂੰ ਮੌਤ ਲਈ ਚਿੰਤਿਤ ਕੀਤਾ ਜਾਂਦਾ ਹੈ ਜਿਸ ਲਈ ਅਸੀਂ ਪੜ੍ਹਦੇ ਹਾਂ ਖੁਲਾਸਾ 15 ਅਤੇ 16 ਕਿ ਦੂਤ 7 ਆਖਰੀ
ਮੁਸੀਬਤਾਂ ਦੇ ਨਾਲ ਦੇਖਿਆ ਜਾਂਦਾ ਹੈ, ਜਿਹਨੂੰ ਪਲੇਗ ਕਹਿੰਦੇ ਹਨ ਇੰਗਲਿਸ਼ 'ਚ। ਸਭ ਤੋਂ ਪਵਿੱਤਰ ਸਥਾਨ ਤੋਂ ਬਾਹਰ ਆਉਣਾ, ਕਿਉਂਕਿ ਜੋ ਇਹ ਪਲੇਗ ਪ੍ਰਾਪਤ ਕਰਦੇ ਹਨ ਉਹ ਲੋਕ ਹਨ ਜਿਨ੍ਹਾਂ ਨੇ ਨਜ਼ਰਅੰਦਾਜ਼ ਕੀਤਾ ਤੇ ਰੱਦ ਕਰ ਦਿੱਤਾ ਕਿ ਇਹ ਸਾਡੀ ਸਭ ਤੋਂ ਪਵਿੱਤਰ ਸਥਾਨ ਦੇ ਅੰਦਰ ਪਾਇਆ ਜਾਂਦਾ ਹੈ। ਉਹ ਸੁਨੇਹਾ ਜਿਹਨਾਂ ਲਈ ਬੇੜੀ ਵਿੱਚ ਸੀ। ਕੌਣ ਬੇੜੀ ਵਿੱਚ ਜਾਣ ਦੀ ਚੋਣ ਕਰਦਾ ਹੈ ਅਤੇ ਪਰਮੇਸ਼ਵਰ ਦੀ ਮੋਹਰ ਪ੍ਰਾਪਤ ਕਰੋ, ਸਾਨੂੰ ਡਰਨ ਦੀ ਲੋੜ ਨਹੀਂ। ਆਓ ਆਉਣ ਵਾਲੀ 7 ਆਖਰੀ ਪਲੇਗਾਂ ਤੋਂ, ਜਿਵੇਂ ਹਮੇਸ਼ਾ ਸ਼ਾਸਤਰ ਵਿੱਚ ਸਾਡਾ ਜਵਾਬ ਹੈ। 91 ਮੇਰੀ ਬਾਣੀ ਦਾ ਇੱਕ ਮਨਪਸੰਦ ਅਧਿਆਇ ਹੈ। ਉਸ ਵਿੱਚ ਜੋ ਗੁਪਤ ਸਥਾਨ ਤੇ ਰਹਿੰਦਾ ਹੈ ਜ਼ਿਆਦਾਤਰ ਉੱਚੇ ਪਰਛਾਵੇਂ ਦੇ ਹੇਠ ਰਹਿਣਗੇ। ਸਰਵ ਸ਼ਕਤੀਮਾਨ ਦੀ ਇਹ ਸੁਰੱਖਿਆ ਦੋਸਤੋ ਸਾਡਾ ਵਾਅਦਾ ਹੈ ਜੋ ਕਿ ਜ਼ਬੂਰ 91 ਵਿੱਚ ਦਿੱਤੀ ਗਈ ਹੈ। ਦਾਅਵਾ ਕਰੋ ਕਿ ਇਹ ਛੰਦ 10 ਕੋਈ ਬੁਰਾਈ ਨਹੀਂ ਹੋਵੇਗੀ ਤੁਸੀਂ ਤੇ ਨਾ ਕੋਈ ਤੁਹਾਡੇ ਵਿਪੱਤੀ ਸਾਹਮਣੇ ਨੇੜੇ ਆਵੇਗੀ। ਤੁਹਾਡੇ ਘਰ ਦੇ ਨੇੜੇ ਇੱਕ ਵੀ ਮੁਸੀਬਤ ਜਾਂ ਪਲੇਗ ਨੇੜੇ ਨਹੀਂ ਆਵੇਗੀ। ਇਜ਼ਰਾਈਲੀਆਂ ਵਾਂਗ ਕੀ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋ? ਸਾਡਾ ਪਰਮੇਸ਼ਵਰ ਦਾ ਸਾਡੇ ਸਾਰਿਆਂ ਨਾਲ ਵਾਅਦਾ ਹੈ। ਧਰਤੀ ਦੇ ਇਤਿਹਾਸ ਤੇ ਉਸਨੇ ਸਾਨੂੰ ਰੱਖਿਆ ਹੈ। ਸਾਡੇ ਨਾਲ ਉਸਨੇ ਵਾਅਦਾ ਕੀਤਾ ਹੈ। ਉਹ ਆਪਣਾ ਵਾਅਦਾ ਕਰਨ ਲਈ ਪੂਰਾ ਬਹੁਤ ਤਿਆਰ ਹੈ। ਚਰਿੱਤਰ ਨੇ ਸਹੀ ਠਹਿਰਾਇਆ ਹੈ। ਉਹ ਵਾਅਦਾ ਕਰਦਾ ਹੈ ਕਿ ਤੁਹਾਡੀ ਰੋਟੀ ਅਤੇ ਪਾਣੀ ਯਕੀਨੀ ਹੋਵੇਗਾ। ਮੈਂ ਯਸ਼ਾਇਆ ਦੇ ਵਿੱਚ ਉਸਦੀ 40 ਦੀ 31 ਤੋਂ ਲੈ ਕੇ 5 ਤੱਕ ਮੈਂ ਵਿਸ਼ਵਾਸ ਕਰਦੀ ਹਾਂ। ਉੱਥੇ ਉਹ ਕਹਿੰਦਾ ਹੈ ਕਿ ਡਰ ਨਾ, ਮੈਂ ਤੈਨੂੰ ਨਹੀਂ ਛੱਡਿਆ, ਮੈਂ ਤੁਹਾਨੂੰ ਆਪਣੇ ਨਾਮ ਨਾਲ ਬੁਲਾਇਆ ਹੈ। ਡਰ ਨਾ, ਕਿਉਂਕਿ ਮੈਂ ਤੇਰੇ ਨਾਲ ਹਾਂ। ਇਸ ਨੂੰ ਯਾਦ ਰੱਖਣਾ ਹੈ ਦੋਸਤੋ ਕਿ ਪਰਮੇਸ਼ਵਰ ਨੇ ਸਾਨੂੰ ਸਾਡਾ ਨਾਂ ਲੈ ਕੇ ਬੁਲਾਇਆ ਹੈ, ਔਰ ਕਿਉਂਕਿ ਅਸੀਂ ਜਲਦੀ ਸਾਨੂੰ ਇਸ ਦੀ ਲੋੜ ਪਵੇਗੀ ਜਿੰਨਾ ਅਸੀਂ ਸੋਚਦੇ ਹਾਂ। ਕਿਸੇ ਦਿਨ ਇੱਕੋ ਇੱਕ ਸੱਚਾ ਹੈ, ਉਹੀ ਮਾਲਕ ਹੈ। ਉਹ ਸਾਡੇ ਮਨ ਵਿੱਚ ਉਸਨੇ ਆਪਣੇ ਨਿਯਮ ਰੱਖੇ ਹਨ। ਹੋ ਸਕਦਾ ਹੈ ਮੁੱਲ ਦੀ ਬੱਚਤ ਕਰਨਾ ਹੋਵੇ ਜਾਂ ਹਾਲੇਲੂਇਆ ਯੀਸ਼ੂ ਆਉਂਦਾ ਹੈ। ਉਹ ਬਾਈਬਲ ਅਸਮਾਨ ਨੂੰ ਤਰੇੜਾ ਪਾਉਂਦਾ ਹੈ। ਇੰਨਾ ਸਪਸ਼ਟ ਹੈ, ਹਰ ਅੱਖ ਉਸਨੂੰ ਵੇਖੇਗੀ। ਅਸੀਂ ਅਧਿਐਨ ਕੀਤਾ ਕਿ ਧਰਮੀ ਕਿਵੇਂ ਮਰੇ ਹੋਏ ਅਤੇ ਉਹਨਾਂ ਦੀ ਕਬਰਾਂ ਦੇ ਵਿੱਚੋਂ ਉਠਾਏ ਲਿੱਤੇ ਜਾਣਗੇ। ਉਹ ਹਵਾ ਵਿੱਚ ਮਿਲਣਗੇ। ਇਹ ਕੋਈ ਗੁਪਤ ਚੀਜ਼ ਨਹੀਂ ਹੈ ਦੋਸਤੋ, ਹਰ ਕੋਈ ਵੇਖੇਗਾ ਕਿ ਕੀ ਵਾਪਰ ਰਿਹਾ ਹੈ। ਅਤੇ ਜਦੋਂ ਅਸੀਂ ਮਿਲੇਨੀਅਮਸ ਜਾਂ ਜਿਊਰੀ ਲਈ ਸਵਰਗ ਵਿੱਚ ਜਾਂਦੇ ਹਾਂ, ਜਦੋਂ ਕਿਤਾਬਾਂ ਨੂੰ ਵਾਪਸ ਖੋਲ੍ਹਿਆ ਜਾਂਦਾ ਹੈ ਤਾਂ 1844 ਵਿੱਚ ਇਹ ਇੱਕ ਖੁਲਾਸਾ ਸੀ। 1210 ਵਿੱਚ ਅਸੀਂ ਦੇਖਦੇ ਹਾਂ ਕਿ ਸ਼ੈਤਾਨ ਪਰਮੇਸ਼ਵਰ ਤੇ ਦੋਸ਼ ਲਗਾ ਰਿਹਾ ਹੈ। ਲੋਕ ਅਤੇ ਪਰਮੇਸ਼ਵਰ ਨੂੰ ਖੋਲ੍ਹਣ ਦਾ ਕਾਰਨ ਕਿਤਾਬਾਂ ਤੁਹਾਡੀ ਜਾਂ ਨਿੰਦਾ ਕਰਨ ਦੀ ਕੋਸ਼ਿਸ਼ ਕਰਨ ਲਈ ਨਹੀਂ ਹਨ, ਮੈਂ ਪਰ ਸ਼ੈਤਾਨ ਨੂੰ ਝੂਠਾ ਸਾਬਿਤ ਕਰਨ ਦੇ ਲਈ। ਇਸ ਲਈ ਜਦੋਂ ਸ਼ੈਤਾਨ ਧਮਕੀ ਦਿੰਦਾ ਹੈ ਪਰ ਉਸਨੂੰ ਅਜਿਹਾ ਤੇ ਉਸ ਕੀਤਾ ਜਾਂਦਾ ਹੈ ਤਾਂ ਇਹ ਜਾਂ ਪਰ ਉਸਨੇ ਕੀਤਾ ਕਿ ਪਰਮੇਸ਼ਵਰ ਪੁਸ਼ਟੀ ਕਰਦਾ ਹੈ। ਪਰਮੇਸ਼ਵਰ ਦੇ ਕੋਲ ਹਰ ਕਿਤਾਬ ਦੇ ਵਿੱਚ ਰਿਕਾਰਡ ਹੈ। ਉਹਨਾਂ ਨੇ ਜਿਨ੍ਹਾਂ ਨੇ ਪਛਤਾਵਾ ਕੀਤਾ ਉਹ ਸਾਰੇ ਉਸ ਲਈ ਬਰਫ਼ ਵਾਂਗ ਚਿੱਟੇ ਹਨ। ਕੀ ਮੇਰੇ ਬੱਚੇ ਹਨ ਕਿਤਾਬਾਂ ਦੀ ਪੂੰਜੀ ਵਿੱਚ ਤੁਹਾਨੂੰ ਨਸ਼ਟ ਨਾ ਕਰਨ ਲਈ, ਤੁਹਾਨੂੰ ਬਚਾਉਣ ਲਈ ਸਬੂਤ ਹੁਣ ਜਦੋਂ ਨਿਰਣਾ ਸ਼ੁਰੂ ਹੁੰਦਾ ਹੈ, ਮਿਲੇਨੀਅਮ ਧਰਤੀ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਕਿਤਾਬਾਂ ਅਤੇ ਇਸ ਵਿੱਚ ਕ੍ਰਾਸ ਵਿੱਚ ਸ਼ਾਮਿਲ ਹੋਣ ਲਈ ਦੂਤ ਸਿਰਫ ਅਤੇ ਸੱਚੇ ਹਨ। ਤੁਹਾਡੇ ਤਰੀਕੇ ਹਨ ਉਹ ਪਰਮੇਸ਼ਵਰ, ਤੁਸੀਂ ਧਰਮੀ ਅਤੇ ਅੰਤ ਦਾ ਨਿਰਣਾ ਕਰਦੇ ਹੋ। ਜਿਸ 1000 ਸਾਲ ਤੋਂ ਪਰਮੇਸ਼ਵਰ ਹੇਠਾਂ ਆਉਂਦਾ ਹੈ, ਸਵਰਗ ਅਤੇ ਉਸ ਦੁਸ਼ਟ ਮੁਰਦਿਆਂ ਨੂੰ ਮੁੜ ਸੁਰਜੀਤ ਕੀਤਾ ਜਾਂਦਾ ਹੈ ਧਰਤੀ ਤੇ, ਜਿਵੇਂ ਅਸੀਂ ਅਧਿਐਨ ਕੀਤਾ। ਅਤੇ ਉਸ ਸਮੇਂ ਇਹ ਗ੍ਰਹਿ ਸਭ ਦਾ ਵੱਡਾ ਬਣੇਗਾ। ਫਿਲਮ ਥੀਏਟਰ ਦੁਨੀਆ ਨੂੰ ਕਦੇ ਦੇਖਿਆ ਹੈ ਪੈਨੋਰਾਮਿਕ ਦ੍ਰਿਸ਼ ਵਿੱਚ, ਜਿਸ ਵਿੱਚ ਦੱਸਿਆ ਜਾਂਦਾ ਹੈ ਹਰ ਕੋਈ ਕੀ ਕਰੇਗਾ। ਇਹਨੂੰ ਵੇਖੋ, ਇਹ ਧਰਤੀ ਦੀ ਆਖਰੀ ਫਿਲਮ ਹੈ। ਇਹ ਰਿਐਲਿਟੀ ਵਿੱਚ ਇੱਕ ਟੀਵੀ ਹੈ ਜਿੱਥੇ ਕੋਈ ਮੇਕ ਬਿਲੀਵ ਨਹੀਂ ਹੈ। ਮੈਂ ਦੁਸ਼ਟ ਇਸ਼ਾਰਾ ਕਰਨ ਵਾਲੇ ਘਾਟੇ ਨੂੰ ਨਾ ਚਾਹੁੰਦੇ ਹੋਏ ਮੇਰੇ ਅਤੇ ਕਹਿੰਦੇ ਹਾਂ ਕਿ ਤੁਸੀਂ ਇਹ ਫਿਲਮ ਵੇਖੀ ਹੈ, ਕਿ ਤੁਹਾਨੂੰ ਇਸ ਬਾਰੇ ਨਹੀਂ ਦੱਸਿਆ ਗਿਆ, ਕਿ ਤੁਸੀਂ ਮੈਨੂੰ ਤਾਜ਼ਾ ਹਾਲੀਵੁੱਡ ਬਾਰੇ ਦੱਸਿਆ ਸੀ, ਬਲੌਕਬਸਟਰ ਮੂਵੀਜ਼ ਬਾਰੇ, ਪਰ ਤੁਸੀਂ ਮੈਨੂੰ ਨਹੀਂ ਦੱਸਿਆ ਇਸ ਕਹਾਣੀ ਬਾਰੇ ਜੋ ਸੱਚ ਹੈ। ਹੁਣ ਬਹੁਤ ਵੱਡਾ ਵਿਵਾਦ ਦਾ ਸਮਾਂ ਆ ਗਿਆ ਹੈ ਜਦੋਂ ਪਰਮੇਸ਼ਵਰ ਨੂੰ ਦੁਸ਼ਟਾਂ ਨੂੰ ਤਬਾਹ ਕਰਨਾ ਚਾਹੀਦਾ ਹੈ। ਪਰ ਸਮਝੋ, ਪਰਮੇਸ਼ਵਰ ਅੱਗ ਦੀ ਵਰਤੋਂ ਕਰਨ ਦਾ ਇੱਕ ਕਾਰਨ ਹੈ, ਇਸ ਲਈ ਨਹੀਂ ਕਿ ਉਹ ਪਾਗਲ ਹੈ, ਪਰ ਉਹ ਤੁਹਾਨੂੰ ਪਿਆਰ ਕਰਦਾ ਹੈ। ਤੁਸੀਂ ਪਰਮੇਸ਼ਵਰ ਨੂੰ ਵੇਖਦੇ ਹੋ। ਇਬਰਾਨੀ ਲੋਕਾਂ ਵਿੱਚ ਅੱਗ ਦਾ ਸੇਵਨ ਕਰਨ ਵਾਲਾ ਦੱਸਿਆ ਗਿਆ ਹੈ। 12:29 ਵਿੱਚ ਸੋਲੋਮਨ ਦਾ ਗੀਤ ਸਾਨੂੰ ਦੱਸਦਾ ਹੈ, ਪਿਆਰ ਦਾ ਸੇਵਨ ਅੱਗ ਵਾਂਗ ਸੜ ਜਾਂਦਾ ਹੈ। ਕਿ ਤੁਸੀਂ ਕਦੇ ਆਪਣੇ ਸਾਹਮਣੇ ਪਿਆਰ ਵਿੱਚ ਰਹੇ ਹੋ? ਮਹਿਸੂਸ ਕੀਤਾ ਹੈ ਕਿ ਅੱਗ ਉਹੀ ਹੈ ਜੋ ਪਰਮੇਸ਼ਵਰ ਵਰਗਾ ਹੈ। ਉਹ ਫਾਇਰ ਸੈਕਿੰਡ ਦੂਜਾ ਰਾਜਾ ਉਹਦੀ 6 ਤੋਂ 7 ਦਾ ਵਰਣਨ ਕਰਦੇ ਹਨ।
ਉਸਦੇ ਰਥ ਉਹਨਾਂ ਦੇ ਸ਼ਹਿਰਾਂ ਨੂੰ ਅੱਗ ਹਨ। ਅੱਗ ਦਾ ਸ਼ਹਿਰ ਉਸਦਾ ਸਿੰਹਾਸਨ ਹੈ। ਅੱਗ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਫੁੱਲਣ ਦੇ ਯੋਗ ਹੋ ਸਕੋ। ਉਸ ਅੱਗ ਵਿੱਚ ਅਤਦੋਸ ਦਾ ਸੇਵਨ ਨਹੀਂ ਕੀਤਾ ਜਾਂਦਾ। ਕਿ ਤੁਸੀਂ ਮੌਜੂਦਗੀ ਤੱਕ ਪਹੁੰਚਣਾ ਚਾਹੁੰਦੇ ਹੋ, ਪਰਮੇਸ਼ਵਰ ਦੀ ਤੁਸੀਂ ਬਿਹਤਰ ਹੋਵੋਗੇ ਤਾਂ ਜੋ ਤੁਸੀਂ ਫਾਇਰ ਪ੍ਰੂਫ ਹੋਵੋਗੇ। ਜਿਵੇਂ ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਸੜਦੀ ਅੱਗ ਦਿਖਾਈ, ਉਹ ਝਾੜੀ ਜਿਹੜੀ ਕਿ ਜਲ ਰਹੀ ਸੀ ਪਰ ਉਹ ਸੜ ਨਹੀਂ ਰਹੀ ਸੀ। ਪਰਮੇਸ਼ਵਰ ਮੂਸਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਮਾਨਵਤਾ ਲਈ ਮੇਰਾ ਆਦਰਸ਼ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸਦੀ ਮੌਜੂਦਗੀ ਵਿੱਚ ਖੜੇ ਹੋ ਜਾਈਏ। ਉਹ ਅੱਗ ਵਿੱਚ ਸੁੱਟੇ ਗਏ ਸਨ, ਪੀਤਾ ਗਿਆ ਸੀ, ਪਰ ਮੇਰੀ ਗੱਲ ਸੁਣੋ, ਧਰਮੀ ਇਹ ਪਰਮੇਸ਼ਵਰ ਦੀ ਸ਼ਾਨ ਨਾਲ ਹਮੇਸ਼ਾ ਲਈ ਸੜ ਜਾਂਦਾ ਹੈ। ਦੂਜਾ ਫਾਇਰ ਪ੍ਰੂਫ ਨਹੀਂ ਹੈ, ਉਹ ਪੂਰੀ ਤਰ੍ਹਾਂ ਖਪਤ ਹੋ ਕੇ ਸੜ ਜਾਂਦਾ ਹੈ। ਪਰਮੇਸ਼ਵਰ ਉਹਨਾਂ ਨੂੰ ਸਵਰਗ ਵਿੱਚ ਨਹੀਂ ਜਾਣ ਦੇਵੇਗਾ, ਕਿਉਂਕਿ ਸਵਰਗ ਉਹਨਾਂ ਲਈ ਨਰਕ ਹੋਵੇਗਾ। ਤੁਸੀਂ ਵੇਖਦੇ ਹੋ ਕਿ ਸ਼ੈਤਾਨ ਇਸ ਨੂੰ ਕਿਵੇਂ ਪਲਟਦਾ ਹੈ। ਉਹਨਾਂ ਮਹਾਨ ਲੋਕਾਂ ਨਾਲ ਸ਼ਾਨਦਾਰ ਮਹਿਮਾ ਪਰਮੇਸ਼ਵਰ ਵੱਡੀਆਂ ਬਾਹਾਂ ਫੈਲਾ ਲੈਂਦਾ ਹੈ ਅਤੇ ਗਲੇ ਲਗਾਉਂਦਾ ਹੈ। ਇੱਕ ਵਿਸ਼ਾਲ ਜੱਫੀ ਅਤੇ ਜਿਸ ਨਾਲ ਗਲੇ ਉਹਨਾਂ ਨੂੰ ਲਗਾਉਂਦਾ ਹੈ। ਦੁਸ਼ਟ ਆਪਣੇ ਪਿਆਰ ਨੂੰ ਮਹਿਸੂਸ ਕਰਦੇ ਹਨ। ਇਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਮੇਰਾ ਹਰ ਘੁਟਨਾ ਉਹਦੇ ਅੱਗੇ ਝੁਕੇਗਾ। ਇਸ ਦੁਨੀਆ ਦੀ ਹਰ ਘੁਟਨਾ ਉਹਦੇ ਅੱਗੇ ਝੁਕੇਗਾ ਅਤੇ ਸਾਰੇ ਐਲਾਨ ਕਰਨਗੇ ਤੇ ਸੱਚ ਬੋਲਣਗੇ, ਪਰਮੇਸ਼ਵਰ ਇੱਕੋ ਹੀ ਹੈ। ਦੁਸ਼ਟਾਂ ਨੂੰ ਤਬਾਹ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਅਤੇ ਫਿਰ ਪਰਮੇਸ਼ਵਰ ਧਰਤੀ ਨੂੰ ਇਸ ਲਈ ਨਵਿਆਂ ਬਣਾਵੇਗਾ। ਮੂਲ ਯੋਜਨਾ ਇੱਕ ਸੰਪੂਰਨ ਬਗੀਚੇ ਦਾ ਸਵਰਗ ਅਤੇ ਬਾਈਬਲ ਯਸ਼ਾਇਆ ਵਿੱਚ 66:23 ਤੋਂ ਕਹਿੰਦੀ ਹੈ, ਸਬਤ ਤੋਂ ਸਬਤ ਤੱਕ ਸਾਰਾ ਮਾਸ ਆਵੇਗਾ। ਮੇਰੇ ਸਾਹਮਣੇ ਆਰਾਧਨਾ ਕਰਨ ਲਈ ਤੁਸੀਂ ਦੋਸਤੋ ਵੇਖਦੇ ਹੋ ਕਿ ਅਸੀਂ ਸਬਤ ਨੂੰ ਸਵਰਗ ਵਿੱਚ ਰੱਖਾਂਗੇ ਸਦੀਵੀ ਕਾਲ ਲਈ। ਇਹ ਧਰਤੀ ਦੀ ਇੱਕ ਆਖਿਰੀ ਫਿਲਮ ਹੋਵੇਗੀ ਦੋਸਤੋ, ਜੋ ਪਰਮੇਸ਼ਵਰ ਸਾਨੂੰ ਦਿਖਾਉਂਦਾ ਹੈ। ਇਸ ਤਰ੍ਹਾਂ ਦੇ ਸਮੇਂ ਨੇ ਸਾਨੂੰ ਬੁਲਾਇਆ ਗਿਆ ਹੈ। ਵਾਰ ਤੇ ਬੈਠਣਾ ਬੰਦ ਕਰ ਦਿਓ। ਸ਼ੈਤਾਨ ਇਹੀ ਚਾਹੁੰਦਾ ਹੈ ਤੁਸੀਂ ਆਪਣੇ ਸ਼ੰਕਿਆ ਤੇ ਸ਼ੰਕਿਆ ਤੇ ਵਿਸ਼ਵਾਸ ਕਰੋ। ਤੁਹਾਡੇ ਵਿਸ਼ਵਾਸ ਚਾਹੇ ਤੁਹਾਡੇ ਕੋਲ ਕੁਝ ਵੀ ਹੋਵੇ ਕੀਤਾ ਜਾਵੇ, ਯੀਸ਼ੂ ਕੋਲ ਤੁਹਾਡੇ ਲਈ ਕਾਫੀ ਰਹਿਮ ਹੈ, ਤੁਹਾਨੂੰ ਢੱਕਣ ਦੇ ਲਈ, ਤੁਹਾਨੂੰ ਕਵਰ ਕਰਨ ਲਈ। ਯੀਸ਼ੂ ਉਸਦੀ ਸ਼ੁਰੂਆਤ ਨੂੰ ਪੂਰਾ ਕਰੇਗਾ ਅਤੇ ਤੁਸੀਂ ਬਹੁਤ ਪਹਿਲਾਂ ਬਚਪਨ ਵਿੱਚ ਉਸਨੂੰ ਸਭ ਪੁੱਛਦੇ ਹੋ। ਉਸਨੂੰ ਆਗਿਆ ਦੀ ਲੋੜ ਹੈ ਤੇ ਆਵੇਗਾ। ਆਪਣੀ ਜ਼ਿੰਦਗੀ ਨੂੰ ਭਰਨ ਲਈ ਸਾਡੇ ਪਰਮੇਸ਼ਵਰ ਉਸਦਾ ਯੋਗ ਹੈ। ਉਸਨੂੰ ਹਰ ਰੱਖਣ ਤੋਂ ਸਮਰਥ ਤੋਂ ਵੱਧ ਹੈ। ਉਹ ਵਾਅਦਾ ਕਰਦਾ ਹੈ, ਕਾਸ਼ ਮੈਂ ਬਿਹਤਰ ਵਰਣਨ ਕਰ ਸਕਾਂ ਉਹ ਤੁਹਾਡੇ ਲਈ, ਕਿਉਂਕਿ ਉਹ ਅਵਰਣਨਯੋਗ ਹੈ। ਇਹ ਵੀ ਸਮਝ ਤੋਂ ਬਾਹਰ ਹੈ ਕਿ ਉਹ ਜਿੱਤ ਹੈ ਅਤੇ ਉਹ ਅਟਲ ਹੈ ਅਤੇ ਜੋ ਤੁਸੀਂ ਡਿੱਗਦੇ ਹੋ ਉਸਦੇ ਪਿਆਰ ਵਿੱਚ ਉਹ ਤੁਹਾਨੂੰ ਬਾਹਰ ਕੱਢ ਸਕਦਾ ਹੈ ਤੁਹਾਡੇ ਮਨ ਬਾਰੇ ਅਤੇ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ, ਤੁਹਾਡਾ ਹੱਥ ਨਹੀਂ ਛੱਡੇਗਾ। ਤੁਸੀਂ ਉਸਨੂੰ ਪਛਾੜ ਨਹੀਂ ਸਕਦੇ ਅਤੇ ਤੁਸੀਂ ਨਹੀਂ ਕਰ ਸਕਦੇ ਉਸ ਤੋਂ ਬਿਨਾਂ, ਉਸ ਤੋਂ ਜੀ ਨਹੀਂ ਸਕਦੇ। ਮੌਤ ਸੰਭਾਲ ਨਹੀਂ ਸਕੀ ਉਹ ਤੇ ਕਬਰ ਉਸਨੂੰ ਰੋਕ ਨਹੀਂ ਸਕੇ। ਕਬਰ ਖਾਲੀ ਹੈ ਦੋਸਤੋ। ਉਹ ਸਾਡਾ ਰਿਡੀਮਰ ਹੈ, ਸਾਡਾ ਮੁਕਤੀਦਾਤਾ ਹੈ। ਉਸਨੇ ਸਾਡੀ ਜ਼ਿੰਦਗੀ ਨੂੰ ਛੁਡਾਇਆ ਹੈ ਅਤੇ ਉਹ ਆਪ ਤੁਹਾਨੂੰ ਹਮੇਸ਼ਾ ਲਈ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ। ਆਓ ਸਵਰਗੀ ਪਿਤਾ ਬਾਦਸ਼ਾਹ ਉਹ ਪ੍ਰਾਰਥਨਾ ਕਰੀਏ। ਬ੍ਰਹਮੰਡ ਦੇ ਰਾਜਾ, ਮੈਂ ਪ੍ਰਾਰਥਨਾ ਕਰਦੀ ਹਾਂ ਸਾਡੇ ਵਿੱਚੋਂ ਜੋ ਹਰੇਕ ਖੜਾ ਹੋਵੇ ਉੱਥੇ ਤੁਹਾਡੀ ਸੱਚਾਈ ਵਿੱਚ ਦ੍ਰਿੜਤਾ ਦੇ ਨਾਲ ਅਸੀਂ ਬਣੇ ਰਹੀਏ। ਸ਼ੈਤਾਨ ਦੇ ਫੰਦਿਆਂ ਪ੍ਰਤੀ ਸੁਚੇਤ ਹੋਈਏ। ਅਸੀਂ ਸੁਰੱਖਿਆ ਦੇ ਆਪਣੇ ਵਾਅਦਿਆਂ ਨਾਲ ਦਾਵਾ ਜਿਹੜਾ ਤੁਸੀਂ ਸਾਨੂੰ ਕੀਤਾ ਹੈ ਉਹ ਅਸੀਂ ਆਖਰੀ ਦਿਨਾਂ ਦੌਰਾਨ ਵਿਵਸਥਾ, ਤੁਸੀਂ ਸ਼ਕਤੀਸ਼ਾਲੀ ਅਤੇ ਦਿਆਲੂ ਹੋ। ਤੁਸੀਂ ਰੱਖਦੇ ਹੋ ਸਾਡਾ ਧਿਆਨ, ਤੁਸੀਂ ਸਾਡੀ ਸੁਰੱਖਿਆ ਕਰਦੇ ਹੋ। ਤੁਸੀਂ ਅਜਿਹਾ ਸਾਨੂੰ ਨਹੀਂ ਛੱਡਦੇ ਅਕੇਲੇ। ਤੁਸੀਂ ਸਾਨੂੰ ਸੁਰੱਖਿਆ ਪ੍ਰਦਾਨ ਕਰਦੇ ਹੋ, ਅਸੀਂ ਇਸ ਦੇ ਹੱਕਦਾਰ ਹਾਂ। ਤੁਸੀਂ ਆਪਣੇ ਹੀਰਿਆਂ ਵਜੋਂ ਸਾਨੂੰ ਰੱਖਦੇ ਹੋ ਅਤੇ ਤੁਸੀਂ ਸਾਨੂੰ ਆਪਣੀ ਨਵੀਂ ਪ੍ਰਸ਼ੰਸਾ ਵਾਂਗ ਚਮਕਾਉਂਦੇ ਹੋ। ਤੁਸੀਂ ਯੀਸ਼ੂ ਰਾਹੀਂ ਰਾਜਿਆਂ ਦੇ ਬਾਦਸ਼ਾਹ ਹੋ। ਖਾਸ ਤੌਰ ਤੇ ਇਸ ਸਮੇਂ ਮੇਰੇ ਦੋਸਤਾਂ ਲਈ ਪ੍ਰਾਰਥਨਾ ਕਰਦੀ ਹਾਂ ਜੋ ਇਸ ਨੂੰ ਪੜ੍ਹ ਰਹੇ ਹਨ, ਸੁਣ ਰਹੇ ਹਨ। ਇਹ ਗੰਭੀਰ ਤੁਸੀਂ ਹਰੇਕ ਦਿਲ ਨੂੰ ਜਾਣਦੇ ਹੋ। ਇੱਕ ਪਵਿੱਤਰ ਆਤਮਾ ਨੂੰ ਵਿਸ਼ੇਸ਼ ਵੱਲੋਂ ਉਹਨਾਂ ਦੇ ਜ਼ਿੰਦਗੀ ਵਿੱਚ ਭੇਜੋ। ਰਸਤੇ ਵਿੱਚ ਉਹਨਾਂ ਨੂੰ ਤੁਹਾਡੀ ਸੱਚਾਈ ਨਾਲ ਚੱਲਣ ਵਿੱਚ ਮਦਦ ਕਰੋ ਤਾਂ ਜੋ ਅਸੀਂ ਸਾਰੇ ਸਵਰਗ ਵਿੱਚ ਇਕੱਠੇ ਮਿਲ ਸਕੀਏ। ਉਸ ਦਿਨ ਅਸੀਂ ਤੁਹਾਨੂੰ ਐਲਾਨ ਕਰ ਸਕਦੇ ਹਾਂ ਪੂਰੀ ਦੁਨੀਆ ਵਿੱਚ। ਮੈਂ ਤੁਹਾਡੇ ਵਿੱਚ ਇਹਨਾਂ ਚੀਜ਼ਾਂ ਦੀ ਪ੍ਰਾਰਥਨਾ ਕਰਦੀ ਹਾਂ ਯੀਸ਼ੂ ਦੇ ਕੀਮਤੀ ਨਾਮ ਦੇ ਵਿੱਚ, ਆਮੀਨ। ਦੋਸਤੋ, ਮਹਾਨ ਵਿਵਾਦ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ਵਰ ਕੋਲ ਤੁਹਾਡੇ ਲਈ ਇੱਕ GPS ਨਕਸ਼ਾ ਹੈ। ਉਹ ਸਭ ਕੁਝ ਕਰਨਾ ਜਾਰੀ ਰੱਖਦਾ ਹੈ ਜੋ ਉਹ ਕਰ ਸਕਦਾ ਹੈ। ਤੁਹਾਡੀ ਮੁਕਤੀ ਤੇ ਤੁਸੀਂ ਭਰੋਸਾ ਰੱਖੋ। ਪਰਮੇਸ਼ਵਰ ਕੋਲ ਇੱਕ ਯੋਜਨਾ ਹੈ। ਇਸ ਸੰਸਾਰ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਉਸ ਕੋਲ ਇੱਕ ਯੋਜਨਾ ਸਿਰਫ ਤੁਹਾਡੇ ਲਈ ਹੈ। ਅੱਜ ਰਾਤ ਤੁਹਾਡੇ ਲਈ ਯੋਜਨਾ ਹੈ।
ਮੈਂ ਤੁਹਾਨੂੰ ਇੱਕ ਵਾਰ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਚਨਬੱਧ ਕਰੋਗੇ? ਯੀਸ਼ੂ, ਤੁਸੀਂ ਪਰਮੇਸ਼ਵਰ ਦੇ ਸੱਚ ਦੀ ਪਾਲਣਾ ਕਰਨਾ ਚਾਹੁੰਦੇ ਹੋ? ਕਿ ਤੁਸੀਂ ਇੱਕ ਬਣਨ ਲਈ ਤਿਆਰ ਹੋ ਹੁਕਮ ਰੱਖਣ ਵਾਲੇ ਮਸੀਹੀ ਅਤੇ 7ਵੇਂ ਦਿਨ ਆਪਣੇ ਬੱਚੇ ਹੋਏ ਹਿੱਸੇ ਵਿੱਚ ਸ਼ਾਮਿਲ ਹੋਣ ਲਈ ਐਡਵੈਂਟਿਸਟ ਚਰਚ ਵਜੋਂ? ਤੁਹਾਡੇ ਪਿਆਰ ਤੋਂ ਬਾਅਦ ਜੇ ਤੁਸੀਂ ਬਪਤਿਸਮੇ ਬਾਰੇ ਸੋਚ ਰਹੇ ਹੋ ਤਾਂ ਉਹ ਰਾਤ ਦੇ ਦੋਸਤੋ ਤੁਸੀਂ ਵਚਨਬੱਧ ਹੋ ਜਾਵੋ, ਜਿਸ ਨੂੰ ਅਸੀਂ ਦੇਖਣਾ ਪਸੰਦ ਕਰਾਂਗੇ। ਤੁਸੀਂ ਇਹ ਵਚਨਬੱਧਤਾ ਕਰਦੇ ਹੋ, ਬਸ ਕਲਿੱਕ ਕਰੋ ਸਾਡੇ ਨਾਲ ਜੁੜਨ ਲਈ। ਲਿੰਕ ਪ੍ਰਦਾਨ ਕੀਤਾ ਗਿਆ ਹੈ। ਮੈਂ ਚਾਹੁੰਦੀ ਹਾਂ ਸੌਂਪਣ ਲਈ ਤੁਹਾਡੇ ਵਿੱਚੋਂ ਹਰੇਕ ਦਾ ਧੰਨਵਾਦ ਕਰਦੀ ਹਾਂ ਇਹਨਾਂ ਬਾਈਬਲ ਦਾ ਅਧਿਐਨ ਕਰਨ ਲਈ, ਤੁਹਾਡੇ ਸਮੇਂ ਦੇ ਲਈ ਜੋ ਤੁਸੀਂ ਪਿਛਲੇ 14 ਦਿਨਾਂ ਵਿੱਚ ਸਾਡੇ ਨਾਲ ਇਕੱਠੇ ਵਿਸ਼ੇ ਤੇ ਬਿਤਾਏ। ਮੈਂ ਉਮੀਦ ਕਰਦੀ ਹਾਂ ਤੇ ਪ੍ਰਾਰਥਨਾ ਕਰਦੀ ਹਾਂ ਤੁਸੀਂ ਇਹਨਾਂ ਦੀ ਪਾਲਣਾ ਕਰੋਗੇ। ਯੀਸ਼ੂ ਤੁਹਾਡੀ ਜ਼ਿੰਦਗੀ ਦੇ ਸਾਰੇ ਦਿਨ ਦੁਬਾਰਾ ਅਨਲੌਕ ਕਰਦੇ ਹੋਏ ਤੁਸੀਂ ਵੇਖੋਗੇ ਤੇ ਉਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬਾਈਬਲ ਦੀ ਭਵਿੱਖਬਾਣੀਆਂ ਤੇ ਰੱਬ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਤੇ ਬਰਕਤ ਦੇਵੇ। ਬਹੁਤ ਜ਼ਿਆਦਾ ਪਰਮੇਸ਼ਵਰ ਦੇ ਤਰੀਕੇ ਦੀ ਚੰਗੀ ਰਾਤ ਦੀ ਚੋਣ ਕਰੋ। ਪਿਆਰੇ ਦੋਸਤੋ, ਇਹ ਮੇਰਾ ਵਿਸ਼ੇਸ਼ ਅਧਿਕਾਰ ਰਿਹਾ ਹੈ ਤੁਹਾਡੇ ਨਾਲ ਸਾਂਝਾ ਕਰਨ ਲਈ ਪਿਛਲੇ 14 ਦਿਨਾਂ ਦੌਰਾਨ। ਇਸ ਵਿੱਚ ਕੁਝ ਸਭ ਤੋਂ ਵੱਡੀਆਂ ਭਵਿੱਖਬਾਣੀਆਂ ਬਾਈਬਲ ਦੀਆਂ, ਪਰ ਇਹ ਮੇਰੇ ਲਈ ਮਹੱਤਵਪੂਰਨ ਹੈ ਕਿ ਤੁਹਾਡੀ ਅਧਿਆਤਮਿਕ ਯਾਤਰਾ ਵਧਦੀ ਜਾ ਰਹੀ ਹੈ। ਮੈਂ ਤੁਹਾਡੇ ਲਈ ਜਾਰੀ ਰੱਖਣਾ ਪਸੰਦ ਕਰਾਂਗੀ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨਾ, ਜੋ ਤੁਹਾਡੀ ਮਦਦ ਕਰੇਗਾ ਮਸੀਹ ਦੇ ਨੇੜੇ ਬਣਨ ਦੇ ਲਈ ਅਤੇ ਤੁਹਾਨੂੰ ਤਿਆਰ ਕਰੇਗਾ ਉਸ ਸਵਰਗ ਦੇ ਰਸਤੇ ਦੇ ਲਈ। ਦੋਸਤੋ, ਆਦਿ ਅੰਤਰਰਾਸ਼ਟਰੀ ਸਪੀਕਰ ਅਤੇ ਬਾਈਬਲ ਅਧਿਆਪਕ ਕ੍ਰਿਸ ਹਾਲੈਂਡ ਜੋ ਵਿਸ਼ਵਾਸ ਕਰਦਾ ਹੈ ਸਾਡਾ ਸੱਚਾ ਇੱਕੋ ਇੱਕ ਸਰੋਤ ਬਾਈਬਲ ਹੈ, ਉਹ ਸਾਨੂੰ ਜਾਰੀ ਰੱਖਣਾ ਹੈ। ਤੁਹਾਡੇ ਨਾਲ ਇਸ ਯਾਤਰਾ ਨੂੰ ਮੈਂ ਚਾਹੁੰਦੀ ਹਾਂ ਬਣੇ ਰਹੀਏ। ਉਸ ਦੀ ਸਿੱਖਿਆ ਦੁਆਰਾ ਅਸੀਂ ਪਰਮੇਸ਼ਵਰ ਤੋਂ ਆਸ਼ੀਰਵਾਦ ਪਾਈਏ, ਜੋ ਕਿ ਮਹੱਤਵਪੂਰਨ ਇੱਕ ਭਾਈਚਾਰੇ ਦਾ ਹਿੱਸਾ ਸਾਨੂੰ ਬਣਨਾ ਚਾਹੀਦਾ ਹੈ। ਖੋਜ ਯੋਜਨਾ ਦੀ ਤਲਾਸ਼ ਵਿੱਚ ਤੁਹਾਡੀ ਮਦਦ ਕਰਨੀ ਚਾਹੀਦੀ ਹੈ। ਹੁਣ ਸਾਡੇ ਹਫ਼ਤਾਵਾਰੀ ਆਨਲਾਈਨ ਨੂੰ ਜਾਰੀ ਰੱਖਣਾ ਭਾਈਚਾਰੇ ਅਤੇ ਪਾਦਰੀ ਕ੍ਰਿਸ ਹਾਲੈਂਡ ਵਿੱਚ ਸ਼ਾਮਿਲ ਹੋਵੋ, ਜਿਵੇਂ ਕਿ ਉਹ ਬਾਈਬਲ ਤੋਂ ਪੜ੍ਹਾਉਂਦੇ ਹਨ ਤੇ ਅਨਲੌਕ ਕਰਦੇ ਹਨ ਸਦੀਵੀ ਜੀਵਨ ਲਈ ਮੁੱਖ ਸਿਧਾਂਤ।